ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਬਾਜ ਸਿੰਘ ਬੋਲੁੱਟ ਧਰੀ, ਲੈ ਸਾਥ ਖਾਲਸੇ ਸਭ। ਸ਼ਹਿਰ ਤੁਰਕ ਕੇ ਜੋ ਸੁਨੇ, ਲਹੇ ਦੂਰ ਤੇ ਦੱਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ। ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੇ ਖੋਪਰ ਲਵਾ ਦਿੱਤਾ ਆਪਣਾ, ਪਰ ਗੁਰੂ ਕੀ ਸਿੱਖੀ ਦਾ ਸਿਦਕ ਨਹੀਂ ਤਿਆਗਿਆ। ਅੱਜ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ, ਜਿਨ੍ਹਾਂ ਨੂੰ ਕੇਸਾਂ ਦਾ ਭਾਰ ਲੱਗਦਾ ਹੈ, ਉਹਨਾਂ ਵਾਸਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਇੱਕ ਵੱਡੀ ਪ੍ਰੇਰਨਾ ਦਿੱਤੀ ਹੈ ਕਿ ਸਤਿਗੁਰਾਂ ਦੇ ਬਖਸ਼ੇ ਹੋਏ ਕੇਸ, ਸਿੱਖੀ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਕੇ ਵੀ ਨਿਭਾਈ। ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪੂਲਾ ਨਗਰ ਸੀ। ਇੱਥੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਇੱਥੇ ਨੁਸ਼ਹਿਰੇ ਦਾ ਰਹਿਣ ਵਾਲਾ ਇੱਕ ਹਰ ਭਗਤ ਨਿਰੰਜਨੀਆ ਸੀ, ਜਿਹੜਾ ਭਾਈ ਤਾਰੂ ਸਿੰਘ ਹੋਣਾ ਦੀ ਸ਼ਿਕਾਇਤ ਕਰਦਾ ਸੀ। ਗ੍ਰਿਫਤਾਰ ਕਰਕੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲਿਜਾਇਆ ਗਿਆ। ਨਾਲ ਉਹਨਾਂ ਦੀ ਭੈਣ ਬੀਬੀ ਤਾਰੂ ਨੂੰ ਵੀ ਗ੍ਰਿਫਤਾਰ ਕੀਤਾ। ਪਰ ਪੜਾਣੇ ਪਿੰਡ ਦੀਆਂ ਸੰਗਤਾਂ ਨੇ ਸਿਪਾਹੀਆਂ ਨੂੰ ਕੁਝ ਮਾਇਆ ਦੇ ਕੇ ਬੀਬੀ ਜੀ ਨੂੰ ਛੁਡਾ ਲਿਆ। ਜ਼ਕਰੀਏ ਨੇ 25 ਸਾਲ ਦੀ ਚੜ੍ਹਦੀ ਜਵਾਨੀ ਦੇ ਭਾਈ ਤਾਰੂ ਸਿੰਘ ਹੋਣਾ ਨੂੰ ਕਈ ਲਾਲਚ ਦਿੱਤੇ, ਤਸੀਹੇ ਦਿੱਤੇ, ਡਰਾਵੇ ਦਿੱਤੇ, ਪਰ ਭਾਈ ਤਾਰੂ ਸਿੰਘ ਹੋਣਾ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਗੁਰੂ ਕੀ ਸਿੱਖੀ ਕੇਸਾਂ ਦੇ ਨਾਲ ਨਿਭਾਉਣੀ। ਕਹਿੰਦਾ ਇਹਨਾਂ ਕੇਸਾਂ ਤੇ ਮਾਣ ਕਰਦਾ, ਮੈਂ ਕੇਸ ਹੀ ਨਹੀਂ ਰਹਿਣ ਦਿਆਂਗਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪ੍ਰਸੰਗ ਹੈ ਨਾ, ਖੋਪਰ ਲੈਣ ਦਾ, ਜਿਹੜੀ ਕਥਾ ਆਪਾਂ ਸਰਵਣ ਕਰ ਰਹੇ ਹਾਂ, ਇਹਦੇ ਵਿੱਚ ਅੱਗੇ ਉਹ ਪ੍ਰਸੰਗ ਆਵੇਗਾ। ਬੜੇ ਵਿਸਥਾਰ ਨਾਲ ਭਾਈ ਰਤਨ ਸਿੰਘ ਹੋਣਾ ਨੇ ਲਿਖਿਆ। ਨਾਈ ਸੱਦ ਕੇ ਉਹਨਾਂ ਕੋਲੋਂ ਕੇਸ ਕਤਲ ਕਰਾਉਣ ਵਾਸਤੇ ਨੇ ਯਤਨ ਕੀਤਾ, ਪਰ ਭਾਈ ਸਾਹਿਬ ਦੇ ਕੇਸਾਂ ਨੂੰ ਇਹ ਕੱਟ ਨਹੀਂ ਸਕੇ। ਨਾਈਆਂ ਨੂੰ ਨਜ਼ਰ ਹੀ ਨਾ ਆਵੇ ਕੁਝ ਇਹੋ ਜਿਹਾ ਸ਼ਹੀਦੀ ਪਹਿਰਾ ਲੱਗਾ। ਅਖੀਰ ਖੋਪਰ ਲਾਇਆ ਕੇਸਾਂ ਦੇ ਸਮੇਤ, ਤੇ ਭਾਈ ਤਾਰੂ ਸਿੰਘ ਨੂੰ ਕਹਿੰਦਾ ਜਿਨ੍ਹਾਂ ਕੇਸਾਂ ਤੇ ਮਾਣ ਕਰਦਾ, ਮੈਂ ਰਹਿਣ ਨਹੀਂ ਦਿੱਤੇ ਤੇਰੇ ਸਿਰ ਤੇ। ਭਾਈ ਸਾਹਿਬ ਕਹਿੰਦੇ, ਅਬ ਖਾਨ ਬਹਾਦਰ ਜ਼ਕਰੀਆ ਖਾਨ, ਮੇਰੇ ਕੇਸ ਤੋਂ ਮੇਰੇ ਧੜ ਤੋਂ ਵੱਖਰੇ ਕਰ ਹੀ ਨਹੀਂ ਸਕਿਆ, ਖੋਪਰ ਸਣੇ ਕੇਸ ਲਾਏ ਨੇ, ਮੇਰੀ ਤਾਂ ਸਿੱਖੀ ਨਿਭ ਗਈ। ਮੈਂ ਤੈਨੂੰ ਹੁਣ ਆਪਣੀ ਜੁੱਤੀ ਅੱਗੇ ਲਾ ਕੇ ਲੈ ਕੇ ਜਾਣਾ। ਉਸੇ ਦਿਨ ਹੀ ਜ਼ਕਰੀਏ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਤੜਫਦਾ ਹਕੀਮ ਸੱਦ ਕੇ ਇਲਾਜ ਕਰਾਉਂਦਾ, ਪਰ ਇਹਦਾ ਕੋਈ ਇਲਾਜ ਨਹੀਂ ਹੁੰਦਾ। ਅਖੀਰ ਭਾਈ ਸੁਬੇਗ ਸਿੰਘ ਨੂੰ ਖਾਲਸੇ ਦੀ ਸ਼ਰਨ ਭੇਜਿਆ, ਤੇ ਖਾਲਸੇ ਨੇ ਬਚਨ ਕੀਤਾ, ਹੁਣ ਭਾਈ ਤਾਰੂ ਸਿੰਘ ਦੀ ਜੁੱਤੀ ਇਹਦੇ ਸਿਰ 'ਚ ਵੱਜੇਗੀ ਤਾਂ ਇਹਦੀ ਇਹ ਬਿਮਾਰੀ ਜਾਏਗੀ, ਇਹ ਅਜਾਬੋਂ ਛੁੱਟੇਗਾ।
ਭਾਈ ਤਾਰੂ ਸਿੰਘ ਜੀ ਦੇ ਚਰਨਾਂ ਵਿੱਚ ਨਵਾਂ ਜੋੜਾ ਲਿਆ ਕੇ ਪਵਾ ਕੇ ਫਿਰ ਉਸੇ ਜੋੜੇ ਨਾਲ ਸੁਬੇਗ ਸਿੰਘ ਨੇ ਜ਼ਕਰੀਏ ਦੇ ਸਿਰ ਤੇ ਜਦੋਂ ਵਾਰ ਕੀਤਾ ਨਾ, ਤਾਂ ਇਹਦਾ ਪਿਸ਼ਾਬ ਦਾ ਬੰਨ ਟੁੱਟਾ। ਤੇ ਪਿਸ਼ਾਬ ਤਾਂ ਆਇਆ ਕਰੇ ਜਦੋਂ ਸਿਰ 'ਚ ਜੁੱਤੀ ਪਿਆ ਕਰੇ। 22ਵੇਂ ਦਿਨ ਜੁੱਤੀਆਂ ਖਾਂਦਾ ਹੀ ਜ਼ਕਰੀਆ ਜਿਹੜਾ ਸੀ ਇਹ ਸੰਸਾਰ ਤੋਂ ਹੁਕਮਸੱਤ ਹੋ ਗਿਆ, ਚਾਲੇ ਮਾਰ ਗਿਆ। 22 ਦਿਨ ਤਾਈਂ ਭਾਈ ਤਾਰੂ ਸਿੰਘ ਜੀ ਅਡੋਲ ਬੈਠੇ ਰਹੇ, ਬਾਣੀ ਪੜ੍ਹਦੇ ਰਹੇ ਜਪਜੀ ਸਾਹਿਬ ਦੀ। ਅੱਜ ਦੇ ਦਿਨ ਜਦੋਂ ਸਿੱਖਾਂ ਨੇ ਦੱਸਿਆ ਕਿ ਜ਼ਕਰੀਆ ਚਲਾਣੇ ਕਰ ਗਿਆ, तो भाई साहब भाई तारू सिंह जी होना ने जपजी साहब का पाठ किया और अपना शरीर त्याग के शहादत का जाम प्राप्त किया। ऐसे महान शहीद जिन्होंने अरदास विच आपां नेता प्रति चेते करते हाँ, जदों कहने आ ना कि जिन्हां ने खोपरियां लुहाइयां, उदों साडा सारियां दा ध्यान भाई तारू सिंह जी की शहादत बल्ले जांदा है। ऐसे महान शहीद भाई तारू सिंह जी की शहादत नूं कोटि कोटि प्रणाम है। उत्थे अज नाल सावण दे महीने की सकरांत दा दिहाड़ा है। मोरी रुण झुण लाया भैणे सावण आया, तेरे मुंद कटारे जेवड़ा तिन लोभी लोभ लुभाया। सावण सरसी कामणी चरण कमल स्यों प्यार। सावण का महीना रस वाला मीह वरसदा। कहते भाई जिन्हां कामणियां जग्यासूआं जीव रूपी इस्त्रियां दे हिरदियां च परमेश्वर दे चरण कमलों का प्यार है, उन्हां दे जीवन विच भी रस भर जांदा, और रस दे सहित हो जांदियां। उन्हां ने जान लिया कि संसार दे जितने विषयां दे रंग ने झूठे ने, ये छार रूप ने सवाह हो जाण वाले ने। वो अपना मन ते तन परमेश्वर दे प्रेम रंग विच रंग लैंदियां हन, और हर वेले परमेश्वर दी भगती दे रंग चो रंगे अपना जीवन बसर करदे ने। सावण दा ये महीना तिन्हां सुहागणां लई सुखदाई है जिन्हां ने अपने कंठ विच अपने गल विच राम दे नाम दा हार बना के धारण कीता। यानी कि जिन्हां दे कंठ चों हमेशा परमेश्वर दा भजन हुंदा, उन्हां वास्ते सावण दा महीना सुखदाई है, सुहंडना है। गुरु पातशाह कृपा करन, सावण दा ये महीना सतगुरां दी संगत करदियां, सेवा सिमरन करदियां, बाणी पढ़दियां सुखां दा बतीत होवे। बाबा बंदा सिंह जी बहादुर दी पावन इतिहास दी कथा आप जी सरवण कर रहे हो। पहाड़ी इलाकिਆਂ ਨੂੰ ਸੋਧਦਿਆਂ बाबा जी कुल्लू गए हैं। इकल्ले गए सी ते कुल्लू दा राजा सी राजा मान सिंह। राजे मान सिंह ने बाबा बंदा सिंह जी नूं इत्थे गिरफ्तार करके एक पिंजरे च बंद कर लिया। बाबा जी सणे पिंजरे कुल्लू तो मंडी आ पहुंचे। राजे सिद्ध सैन ने सेवा टहल की। कुछ समा मंडी रह के बाबा जी चंबे दे इलाके च गए ने। चंबे दा राजा सी राजा उदय सिंह। ਉਹਦੇ ਮਨ 'ਚ ਬਾਬਾ ਬੰਦਾ ਸਿੰਘ ਜੀ ਪ੍ਰਤੀ ਭਾਵਨਾ ਸ਼ਰਧਾ ਜਾਗੀ। ਉਹਨੇ ਆਪਣੀ ਰਿਆਸਤ ਵਿੱਚ ਬਾਬਾ ਜੀ ਦਾ ਸਥਾਨ ਬਣਾਇਆ। ਆਪਣੀ ਲੜਕੀ ਦੀ ਸ਼ਾਦੀ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਕੀਤੀ। 2 ਸ਼ਾਦੀਆਂ ਬਾਬਾ ਜੀ ਦੀਆਂ ਹੋਈਆਂ। ਇੱਕ ਵਿੱਚੋਂ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਅਜੈ ਸਿੰਘ ਸੀ, ਜਿਸ ਨੂੰ ਬਾਬਾ ਬੰਦਾ ਸਿੰਘ ਜੀ ਦੇ ਨਾਲ ਹੀ ਦਿੱਲੀ ਸ਼ਹੀਦ ਕੀਤਾ ਗਿਆ ਸੀ। ਦੂਸਰੀ ਜਿਹੜੀ ਘਰ ਵਾਲੀ ਸੀ ਉਹਦੇ ਉਧਰ ਤੋਂ ਰਣਜੀਤ ਸਿੰਘ ਨਾਮ ਦਾ ਇੱਕ ਬਾਲਕ ਬਾਬਾ ਬੰਦਾ ਸਿੰਘ ਜੀ ਦਾ ਜਨਮ ਲੈ ਕੇ ਆਇਆ। ਉਹਦੀ ਅੰਸ ਬੰਸ ਹੁਣ ਵੀ ਚੱਲਦੀ ਹੈ ਇੱਧਰ ਜੰਮੂ ਦੇ ਇਲਾਕੇ ਵਿੱਚ। तो बाबा बंदा सिंह जी चंबे दे इलाके च कुछ समय लिए विचरे ने। आओ जिवें उधर बादशाह बहादुर शाह, क्योंकि 1710 तक बाबा जी ने जेड़े समाणा आदक नगर सोधे ने सरहंद ते जदों फतेह कर लई ते फिर जाके बहादुर शाह नूं बाद च खबर पहुंची कि बाबा बंदा सिंह जी ने मल्लां मारियां ने। ते बहादुर शाह ने उस वेले मन च भय भी मन्निया, डर भी मन्निया। वो कथा
ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ, ਬਹਾਦਰ ਸ਼ਾਹ ਫਿਰ ਸਿੱਖਾਂ ਦਾ ਖੂਨੀ ਵੀ ਹੋਇਆ, ਇਹਨੇ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਵੀ ਕੀਤਾ, ਪਰ ਗੁਰੂ ਘਰ ਦਾ ਅਹਿਸਾਨ ਵੀ ਮੰਨਦਾ ਸੀ ਕਿ ਕਲਗੀਧਰ ਜੀ ਨੇ ਇਹਨੂੰ ਪਾਤਸ਼ਾਹੀ ਦਿੱਤੀ ਸੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਗੁਰੂ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਨਮਿਤ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਜ ਸਿੰਘ ਬੋਲੁਟ ਤਰੀ, ਲੈ ਸਾਥ ਖਾਲਸੇ ਸਭ। ਭਾਈ ਬਾਜ ਸਿੰਘ ਇਹ ਉਹ ਜਰਨੈਲ ਹੈ ਜਿਹਨੂੰ ਸਰਹੰਦ ਦੀ ਸੂਬੇਦਾਰੀ ਬਾਬਾ ਬੰਦਾ ਸਿੰਘ ਜੀ ਨੇ ਸੌਂਪੀ ਸੀ, ਜਾਂ ਏਦਾਂ ਕਹਿ ਸਕਦੇ ਹਾਂ ਵੀ ਸਰਹੰਦ ਦਾ ਗਵਰਨਰ ਸੀ ਭਾਈ ਬਾਜ ਸਿੰਘ। ਜਦੋਂ ਸਰਹੰਦ ਦੇ ਉੱਤੇ ਗਵਰਨਰ ਸੀ, ਰਾਜ ਕਾਇਮ ਹੋਇਆ ਸੀ ਸਿੱਖਾਂ ਦਾ, ਤੋਂ ਬਾਬਾ ਬਾਜ ਸਿੰਘ ਜੀ ਨੇ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਕੋਈ ਮਲੇਛ ਸੀ, ਜਰਵਾਣਾ ਸੀ, ਉਹਨਾਂ ਜਰਵਾਣਿਆਂ ਨੂੰ ਸੋਧਾ ਲਾ ਕੇ ਉਹਨਾਂ ਕੋਲ ਜਿਹੜਾ ਲੋਕਾਂ ਵੱਲੋਂ ਲੁੱਟਿਆ ਹੋਇਆ ਪੈਸਾ ਸੀ, ਉਹ ਪੈਸਾ ਬਾਬਾ ਬਾਜ ਸਿੰਘ ਜੀ ਨੇ ਉਹਨਾਂ ਦੇ ਕੋਲੋਂ ਖੋਇਆ। ਸ਼ਹਿਰ ਤੁਰਕ ਕੇ ਜੋ ਸੁਨੇ, ਲਹੇ ਦੂਰ ਤੇ ਦੱਬ। ਨੇੜੇ ਤੇੜੇ ਜਿਹੜੇ ਤੁਰਕਾਂ ਦੇ ਸ਼ਹਿਰ ਸੀ, ਜਿਵੇਂ ਇੱਧਰ ਕੁੜਾਣੀ ਹੋ ਗਿਆ, ਹੋਰ ਜਿੰਨੇ ਨੇੜੇ ਤੇੜੇ ਪਾਇਲ ਦਾ ਇਲਾਕਾ ਹੈ, ਖੰਨੇ ਵਾਲੇ ਪਾਸੇ ਦਾ ਇਲਾਕਾ ਹੈ, ਲੁਧਿਆਣੇ ਤਾਈਂ, ਜਿੱਥੇ ਜਿੱਥੇ ਕੋਈ ਤੁਰਕ ਵਧੀਕੀ ਕਰਦਾ ਸੀ, ਭਾਈ ਬਾਜ ਸਿੰਘ ਜੀ ਜਾ ਕੇ ਉਹਨਾਂ ਨੂੰ ਸੋਧਾ ਲਾਉਂਦੇ, ਔਰ ਤਕਰੀਬਨ ਬਹੁਤ ਸਾਰੇ ਇਲਾਕਿਆਂ ਦੇ ਉੱਤੇ ਭਾਈ ਬਾਜ ਸਿੰਘ ਨੇ ਆਪਣਾ ਕਬਜ਼ਾ ਕਰ ਲਿਆ ਹੈ। ਚੌਪਈ ਬਾਜ ਸਿੰਘ ਜਲ ਹੋਏ ਅਸਵਾਰ। ਇਹ ਆਮ ਕਰਕੇ ਜਦੋਂ ਕੋਈ ਜਰਨੈਲ ਜਰਨੈਲੀ ਕਰਦਾ ਨਾ, ਤੇ ਲੋਕਾਂ ਵਿੱਚ ਬੜੀਆਂ ਨੈਗੇਟਿਵ ਗੱਲਾਂ ਜਿਹੜੀਆਂ ਨੇ ਉਹਨਾਂ ਪ੍ਰਤੀ ਫੈਲਦੀਆਂ। ਬਾਜ ਸਿੰਘ ਵਾਸਤੇ ਵੀ ਲੋਕਾਂ ਨੇ ਗੱਲ ਧੁਮਾ ਦਿੱਤੀ ਕਿ ਜਦੋਂ ਬਾਜ ਸਿੰਘ ਘੋੜੇ ਤੇ ਚੜ੍ਹਦਾ ਹੈ, ਲੋਕ ਇਹ ਗੱਲਾਂ ਕਰਦੇ ਜਿਹੜੇ ਤੁਰਕ ਭਾਈਚਾਰੇ ਦੇ ਲੋਕ ਸਨ, ਕਿਉਂਕਿ ਉਹਨਾਂ ਦਾ ਰਾਜ ਖੁੱਸ ਰਿਹਾ ਸੀ, ਤੇ ਦੁਸ਼ਮਣਾਂ ਨੇ ਤਾਂ ਫਿਰ ਆਣ ਹੋਈ ਬਾਤ ਕਰਨੀ ਹੁੰਦੀ ਹੈ ਨਾ ਜਿਹੜੀ ਨਾ ਹੋਵੇ। ਉਹ ਗੱਲਾਂ ਕਰਦੇ ਨੇ ਆਪਸ ਵਿੱਚ ਕਿ ਬਾਜ ਸਿੰਘ ਜਦੋਂ ਘੋੜੇ ਤੇ ਚੜ੍ਹਦਾ ਹੈ, ਸੀਸ ਤੁਰਕ ਇੱਕ ਪੱਗ ਧਰ ਮਾਰ। ਉਹ ਜਦੋਂ ਘੋੜੇ ਤੇ 4 ਵਾਰੀ ਚੜੇ, ਦਿਨ 'ਚ 5 ਵਾਰੀ ਚੜੇ, ਤੁਰਕ ਨੂੰ ਮਾਰ ਕੇ ਉਹਦਾ ਸਿਰ ਵੱਢ ਕੇ ਪੈਰ ਉਹਦੇ ਸਿਰ ਤੇ ਰੱਖ ਕੇ ਫਿਰ ਘੋੜੇ ਤੇ ਚੜ੍ਹਦਾ। ਇਹ ਗੱਲਾਂ ਲੋਕਾਂ ਨੇ ਬਣਾ ਲਈਆਂ ਸਨ, ਹਵਾ ਵਿੱਚ ਹੁੰਦੀਆਂ ਨੇ ਕੁਝ ਗੱਲਾਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਏਦਾਂ ਬਾਜ ਸਿੰਘ ਵਾਸਤੇ ਲੋਕਾਂ ਨੇ ਇਹ ਗੱਲ ਧੁਮਾਈ ਹੋਈ ਹੈ। ਜਬ ਇਹ ਪਈ ਗੱਲ ਮਸ਼ਹੂਰ। ਇਹ ਗੱਲ ਜਦੋਂ ਬਾਜ ਸਿੰਘ ਦੇ ਚਰਚੇ ਹੋਣ ਲੱਗੇ ਸਾਰੇ ਸਰਹੰਦ ਦੇ ਇਲਾਕੇ ਵਿੱਚ, ਤੁਰਕ ਸਰਹੰਦੋਂ ਜਾਤ ਪਏ ਦੂਰ। ਸਰਹੰਦ ਦੇ ਅਧੀਨ ਚੱਲਣ ਵਾਲੇ ਜਿੰਨੇ ਪਰਗਣੇ ਸੀ, ਉਹਨਾਂ ਪਰਗਣਿਆਂ ਦੇ ਵਿੱਚੋਂ ਤਕਰੀਬਨ ਜਿੰਨੇ ਤੁਰਕ ਵੱਡੇ ਨਵਾਬ ਸੀ, ਜਿਹੜੇ ਨਵਾਬੀਆਂ ਕਰਦੇ ਸੀ ਜਾਂ ਛੋਟੀਆਂ ਮੋਟੀਆਂ ਨਗਰਾਂ ਦੀਆਂ ਸੂਬੇਦਾਰੀਆਂ ਚੌਧਰੀਪਣਾ ਕਰਦੇ ਸੀ, ਉਹ ਛੱਡ ਕੇ ਚਲੇ ਗਏ। ਜੋ ਅੜਿਓ ਸੋਲੀ ਨੋ ਮਾਰ। ਜਿਹੜਾ ਕੋਈ ਅੜਿਆ ਉਹਨੂੰ ਮਾਰ ਕੇ ਖਾਲਸੇ ਨੇ ਸੋਧਾ ਲਾ ਦਿੱਤਾ। ਐਸੀ ਪਈ ਤੁਰਕਨ ਕੀ ਹਾਰ। ਇਸ ਤਰ੍ਹਾਂ ਤੁਰਕਾਂ ਦੀ ਬੜੀ ਵੱਡੀ ਹਾਰ ਹੋਈ, ਸਰਹੰਦ ਦੇ ਸਾਰੇ ਇਲਾਕੇ ਤੇ ਖਾਲਸੇ ਦਾ ਕਬਜ਼ਾ ਹੋ ਗਿਆ। ਵਜੀਰੋ ਕੋ ਸੁਤ ਬਚਿਓ ਥੋ ਏਕ। ਜਦੋਂ ਵਜੀਦਾ ਮਰਿਆ ਨਾ, ਵਜੀਦੇ ਦੇ ਮਰਨ ਦੀ ਖਬਰ ਬਹਾਦਰ ਸ਼ਾਹ ਕੋਲ ਪਹੁੰਚੀ ਸੀ। ਬਹਾਦਰ ਸ਼ਾਹ ਨੇ ਹੱਸਦਿਆਂ ਹੋਇਆ ਆਖਿਆ, ਚਲੋ ਚੰਗਾ ਹੋਇਆ ਮਰ ਗਿਆ। ਕਹਿੰਦਾ ਜੇ ਉਹ ਲੜ ਕੇ ਜੰਗ ਦੇ ਮੈਦਾਨ ਵਿੱਚ ਉਹਨੇ ਮਰਨਾ ਹੀ ਸੀ, ਹਾਰਨਾ ਹੀ ਸੀ, ਤੇ ਉਹ ਗਿਆ ਕਿਉਂ ਸੀ ਲੜਨ? ਇਹ ਬਕਾਇਦਾ ਚਿੱਠੀਆਂ ਮਿਲਦੀਆਂ ਨੇ ਬਹਾਦਰ ਸ਼ਾਹ ਦੀਆਂ ਲਿਖਤਾਂ, ਜਿਹੜੀਆਂ ਉਹਨਾਂ ਦੇ ਆਪਸੀ ਵਜ਼ੀਰਾਂ ਨਾਲ ਉਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ। ਵਜ਼ੀਰ ਖਾਨ ਦਾ ਕੋਈ ਇੱਕ ਪੁੱਤਰ ਸੀ ਜਿਹੜਾ ਬਚ ਗਿਆ ਬਾਅਦ ਵਿੱਚ, ਉੱਥੋਂ ਭੱਜ ਕੇ ਸਾਥ ਪੰਜਾਬੀ ਰਲੇ ਅਨੇਕ। ਉਹਨੇ ਪੰਜਾਬ ਚੋਂ ਹੋਰ ਆਪਣੇ ਕਈ ਸਾਥੀ ਜਿਨ੍ਹਾਂ ਕੋਲੋਂ ਸਿੱਖਾਂ ਨੇ ਰਾਜ ਖੋਇਆ ਸੀ। ਹੋਇਆ ਕਿਉਂ ਸੀ? ਕਿਉਂਕਿ ਜਰਵਾਣੀ ਬਿਰਤੀ ਨਾਲ ਰਾਜ ਕਰਦੇ ਸੀ।
ਜ਼ਾਲਮਾਂ ਕੋਲੋਂ ਤਾਂ ਰਾਜ ਖੋਣਾ ਹੀ ਹੁੰਦਾ ਨਾ। ਉਹ ਸਾਰੇ ਸੂਬੇ ਵਜ਼ੀਰ ਖਾਨ ਦੇ ਜਿਹੜੇ ਪੁੱਤ ਦੇ ਨਾਲ ਰਲ ਗਏ ਜਾ ਕੇ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਬਾਦਸ਼ਾਹ ਬਹਾਦਰ ਸ਼ਾਹ ਕੋਲ ਪਹੁੰਚ ਕਰੀਏ। ਬਹਾਦਰ ਸ਼ਾਹ ਤੋਂ ਦੱਖਣ ਮਾਏ। ਬਹਾਦਰ ਸ਼ਾਹ ਜਦੋਂ ਰਾਜਾ ਬਣਿਆ ਇਹ ਜ਼ਿਆਦਾ ਉਧਰ ਦੱਖਣ ਦਿਸ਼ਾ 'ਚ ਹੀ ਰਿਹਾ। ਪਹਿਲਾਂ ਕਈ 3-4 ਸਾਲ ਤਾਂ ਉਧਰ ਹੀ ਇਹ ਭਟਕਦਾ ਰਿਹਾ, ਗੋਲਕੁੰਡਾ ਆਦਿਕ ਕਿਲਿਆਂ ਨੂੰ ਰਿਆਸਤਾਂ ਨੂੰ ਸਿੱਧ ਕਰਨ ਵਾਸਤੇ। ਤੋ ਬਹਾਦਰ ਸ਼ਾਹ ਉਹਨਾਂ ਦਿਨਾਂ ਵਿੱਚ ਦੱਖਣ ਦਿਸ਼ਾ ਵੱਲ ਸੀ। ਕਰੀ ਫਰਿਆਦ ਉਹਾਂ ਉਨ ਜਾਏ। ਇਹਨਾਂ ਨੇ ਜਾ ਕੇ ਬਹਾਦਰ ਸ਼ਾਹ ਕੋਲ ਫਰਿਆਦ ਕੀਤੀ, ਆਪਣੇ ਪਿਓ ਮਰੇ ਦੀ ਪੁਕਾਰ ਕੀਤੀ। ਮੁਲਕ ਪਾਤਸ਼ਾਹੀ ਸਭ ਲੁੱਟ ਲਿਓ। ਕਹਿਣ ਲੱਗੇ ਬਾਦਸ਼ਾਹ ਸਲਾਮਤ, ਤੇਰਾ ਜਿੰਨਾ ਪਾਤਸ਼ਾਹੀ ਮੁਲਕ ਹੈ ਇਹ ਸਾਰਾ ਪਾਤਸ਼ਾਹੀ ਮੁਲਕ ਸਿੱਖਾਂ ਨੇ ਲੁੱਟ ਲਿਆ, ਖਾਲਸੇ ਨੇ ਲੁੱਟ ਲਿਆ। ਪਿਕੰਬਰ ਕੋ ਉਨ ਦੀਨ ਗਵਾਇਓ। ਜਿਹੜਾ ਪੈਗੰਬਰ ਸਾਹਿਬ ਦਾ ਦੀਨ ਸੀ, ਸਾਡਾ ਜਿਹੜਾ ਦੀਨ ਸੀ ਪੈਗੰਬਰ ਦਾ, ਉਹ ਦੀਨ ਹੀ ਗਵਾ ਦਿੱਤਾ ਉਹਨਾਂ ਨੇ। ਸਾਡਾ ਪੰਜਾਬ 'ਚ ਦੀਨ ਨਹੀਂ ਰਹਿਣ ਦਿੱਤਾ। ਦੋਹਰਾ ਦਿੱਲੀ ਲਾਹੌਰ ਪੀਨੇ ਰਹੋਗੇ ਜੋ ਤੁਮ ਉਹਾਂ ਨਾ ਜਾਏ। ਕਹਿੰਦੇ ਬਾਦਸ਼ਾਹ ਜੇ ਤੂੰ ਲਾਹੌਰ ਨਾ ਗਿਆ, ਪੰਜਾਬ 'ਚ ਨਾ ਗਿਆ, ਤੇ ਉਹ ਦਿਨ ਦੂਰ ਨਹੀਂ ਕਿ ਜਦੋਂ ਖਾਲਸੇ ਨੇ ਦਿੱਲੀ ਤੇ ਲਾਹੌਰ ਤੇ ਵੀ ਕਬਜ਼ਾ ਕਰ ਲੈਣਾ। ਹਾਲੇ ਤਾਂ ਕੱਲੇ ਪੰਜਾਬ ਦੇ ਇਲਾਕੇ 'ਚ ਹੀ ਫਿਰਦੇ ਆ। ਬਾਬਾ ਜੀ ਨੇ ਜਿਹੜਾ ਰਾਜ ਕਾਇਮ ਕੀਤਾ ਸੀ ਇੱਧਰ ਲੁਧਿਆਣੇ ਤੱਕ, ਜਲੰਧਰ ਤੱਕ, ਅੰਮ੍ਰਿਤਸਰ ਸਾਹਿਬ ਦਾ ਪਰਗਣਾ, ਉਧਰ ਸਹਾਰਨਪੁਰ ਵਾਲੇ ਪਾਸੇ ਤਾਈਂ ਜਮਨਾ ਦੇ ਪਾਰਲੇ ਪਾਸੇ ਤੱਕ ਦਾ ਇਲਾਕਾ, ਇੱਧਰ ਹਿਸਾਰ ਕੈਂਥਲ ਤੱਕ ਦਾ, ਹਾਂਸੀ ਦਾ, ਉਹ ਸਾਰਾ ਇਲਾਕਾ ਬਾਬਾ ਜੀ ਨੇ ਆਪਣੇ ਅਧੀਨ ਕੀਤਾ ਸੀ। ਤੇ ਲਾਹੌਰ ਤੱਕ ਨੇੜੇ ਤੇੜੇ ਤਾਂ ਫਿਰਦੇ ਹੀ ਸੀ ਸਿੰਘ। ਉਹ ਕਹਿੰਦੇ ਵੀ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਨੇ ਲਾਹੌਰ ਤੇ ਵੀ ਕਬਜ਼ਾ ਕਰ ਲੈਣਾ ਤੇ ਦਿੱਲੀ ਹੁਣ ਪਾਣੀਪਤ ਦੀਆਂ ਜੜ੍ਹਾਂ ਦੇ ਵਿੱਚ ਉੱਥੇ ਨਿਸ਼ਾਨ ਸਾਹਿਬ ਗੱਡਿਆ ਹੋਇਆ ਸੀ। ਕਹਿੰਦੇ ਉਹ ਵੀ ਦਿਨ ਦੂਰ ਨਹੀਂ ਜਦੋਂ ਇਹਨਾਂ ਨੇ ਆ ਕੇ ਦਿੱਲੀ ਤੇ ਕਬਜ਼ਾ ਕਰ ਲੈਣਾ। ਨੀਹਲ ਉਹ ਉਪਰਾਹੇ। ਉਹਨਾਂ ਨੇ ਉਹ ਜਿਹੜਾ ਪਹਾੜ ਦਾ ਇਲਾਕਾ ਉੱਪਰ ਵਾਲਾ ਉਹ ਵੀ ਤੇ ਥੱਲੇ ਇਧਰ ਨਵਾਂ ਸ਼ਹਿਰ, ਰਾਓ, ਗੁਰਦਾਸਪੁਰ ਤੱਕ ਦਾ, ਪਠਾਨਕੋਟ ਤੱਕ ਦਾ, ਜਿਹੜਾ ਜੰਮੂ ਤੱਕ ਦਾ ਇਲਾਕਾ ਸੀ ਉਹ ਇਹਨਾਂ ਨੇ ਕਬਜ਼ੇ ਵਿੱਚ ਕਰ ਲਿਆ। ਚੋਪਈ ਬੰਦੇ ਕੀ ਫਿਰ ਗਈ ਦੁਹਾਈ। ਕਿ ਬੰਦੇ ਦੀ ਦੁਹਾਈ ਫਿਰ ਗਈ ਆ ਸਾਰੇ ਪਾਸੇ, ਇਹੀ ਚਰਚਾ ਚੱਲਦਾ, ਬੰਦਾ ਆਇਆ, ਬੰਦਾ ਆਇਆ। ਗੁਰਗਰਦੀ ਬਹੁ ਬੰਦੇ ਮਚਾਈ। ਇਹ ਬਾਦਸ਼ਾਹ ਸਲਾਮਤ, ਬੰਦੇ ਬਹਾਦਰ ਨੇ ਬੜੀ ਗਰਦੀ ਮਚਾਈ ਹੋਈ ਹੈ ਸਾਡੇ ਇਲਾਕੇ 'ਚ ਆ ਕੇ। ਗੁਰਗਰਦੀ ਦਾ ਮਤਲਬ ਹੁੰਦਾ ਵੀ ਵੱਡੀ ਗਰਦੀ ਉਹਨੇ ਮਚਾਈ ਹੋਈ ਹੈ। ਰੋਲਾ ਦਿਆ ਦੇਸ਼ ਮੈਂ ਪਾਏ। ਸਾਰੇ ਦੇਸ਼ ਵਿੱਚ ਰੌਲਾ ਪਾ ਦਿੱਤਾ ਉਹਨੇ, ਲੋਕਾਂ ਵਿੱਚ ਆਪੋ ਧਾਪੀ ਪੈ ਗਈ ਹੈ। ਮਾਰ ਕੂਟ ਦਈ ਧੂਮ ਮਚਾਏ। ਉਹਨੇ ਸਾਰੇ ਇਲਾਕੇ ਵਿੱਚ ਲੋਕਾਂ ਨੂੰ ਮਾਰ ਕੁੱਟ ਕੇ ਆਪਣੀ ਧੂਮ ਮਚਾਈ ਹੋਈ ਹੈ। ਸ਼ਾਹ ਪੁੱਛਿਓ ਗੁਰ ਬੰਦੇ ਕੋਏ। ਉਸ ਵੇਲੇ ਬਹਾਦਰ ਸ਼ਾਹ ਪੁੱਛਦਾ ਬਾਬਾ ਬੰਦਾ ਸਿੰਘ ਬਹਾਦਰ ਬਾਰੇ। ਬਹਾਦਰ ਸ਼ਾਹ ਪੁੱਛਦਾ ਕਿ ਇਹ ਜਿਹੜਾ ਬੰਦਾ ਬਹਾਦਰ ਹੈ, ਕਿਉਂਕਿ ਪਹਿਲਾਂ ਜਦੋਂ ਕੈਂਥਲ, ਹਿਸਾਰ ਦਾ, ਇੱਧਰ ਸਡੋਰਾ ਆਦਿਕ ਨਗਰਾਂ ਨੂੰ ਮਾਰਿਆ, ਉਦੋਂ ਤਾਂ ਹੀ ਖਬਰ ਨਹੀਂ ਸੀ ਪਹੁੰਚੀ ਬਹਾਦਰ ਸ਼ਾਹ ਕੋਲ। ਬਹਾਦਰ ਸ਼ਾਹ ਕੋਲ ਉਸ ਦਿਨ ਖਬਰ ਪਹੁੰਚਦੀ ਹੈ ਜਦੋਂ ਬਾਬਾ ਜੀ ਨੇ ਸਮਾਣਾ ਮਾਰਿਆ, ਉਦੋਂ ਇਹ ਖਬਰਾਂ ਪਹੁੰਚੀਆਂ ਉਹਨਾਂ ਤਾਈਂ। ਫਿਰ ਜਦੋਂ ਵਜ਼ੀਰ ਖਾਨ ਨੂੰ ਮਾਰਿਆ ਫਿਰ ਉਹਦਾ ਪੁੱਤ ਚਲਾ ਗਿਆ। ਪੁੱਛਦਾ ਹੈ ਵੀ ਇਹ ਜਿਹੜਾ ਗੁਰੂ ਬੰਦਾ ਹੈ, ਗੁਰੂ ਦਾ ਬੰਦਾ ਹੈ, ਇਹ ਕੀ ਕਰ ਰਿਹਾ ਹੈ? ਲੋਕ ਬਤਾਇਓ ਸਤਿਗੁਰ ਸਿੱਖ ਓਏ। ਉਹ ਅੱਗੋਂ ਬੋਲੇ, ਕਹਿੰਦੇ ਜੀ ਉਹ ਗੁਰੂ ਦਾ ਸਿੱਖ ਹੈ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬੰਦਾ ਕਹਾਉਂਦਾ ਹੈ। ਭੇਜਿਓ ਗੁਰਸੁਤ ਬਦਲੇ ਲੈਣ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨੂੰ ਆਪਣੇ ਪੁੱਤਾਂ ਦਾ ਵੈਰ ਲੈਣ ਭੇਜਿਆ। ਏਦਾਂ ਜਿੰਨੀ ਕੁ ਉਹਨਾਂ ਨੂੰ ਸੋਝੀ ਸੀ ਉਹਨਾਂ ਨੇ ਉਹਦੇ ਮੁਤਾਬਕ ਜਵਾਬ ਦੇਣਾ ਸੀ। ਨਾਲੇ ਦੁਸ਼ਮਣ ਹਮੇਸ਼ਾ ਵਧਾ ਚੜਾ ਕੇ ਗੱਲਾਂ ਪੇਸ਼ ਕਰਦੇ ਹੁੰਦੇ ਆ, ਚੁਗਲਖੋਰ। ਬਾਬਾ ਜੀ ਕੱਲਾ ਗੁਰੂ ਪੁੱਤਾਂ ਦਾ ਵੈਰ ਹੀ ਨਹੀਂ ਸੀ ਲੈਣ ਆਏ, ਬਾਬਾ ਜੀ ਜਰਵਾਣਿਆਂ ਤੇ ਜ਼ਾਲਮਾਂ ਨੂੰ ਨਕੇਲ ਪਾਣ ਵੀ ਆਏ ਸੀ, ਕਲਗੀਧਰ ਦੇ ਭੇਜੇ ਹੋਏ। ਹਾਂ, ਉਹਦੇ ਵਿੱਚ ਇੱਕ ਪਾਰਟ ਇਹ ਵੀ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਵੀ ਲੈਣਾ ਸੀ।
ਕਹਿੰਦੇ ਜੀ ਗੁਰੂ ਜੀ ਨੇ ਉਹਨੂੰ ਆਪਣੇ ਪੁੱਤਰਾਂ ਦਾ ਵੈਰ ਲੈਣ ਭੇਜਿਆ ਹੈ। ਮਾਰਿਓ ਵਜੀਰਾ ਪਲ ਇੱਕ ਮੈਨ। ਔਰ ਇੱਕ ਪਲ ਦੇ ਵਿੱਚ ਉਹਨੇ ਜਾ ਕੇ ਵਜ਼ੀਰ ਖਾਨ ਮਾਰ ਦਿੱਤਾ ਹੈ, ਜਿਹੜਾ 52 ਪਰਗਣਿਆਂ ਦਾ ਮਾਲਕ, ਸਰਹੰਦ ਦਾ ਮਾਲਕ ਸੀ। ਮਾਰੇ ਮਲੇਰੀਅਨ ਚਾਰੇ ਭਾਈ। ਫਿਰ ਜਿਹੜੇ ਮਲੇਰ ਕੋਟਲੇ ਦੇ ਚਾਰੇ ਸਰਦਾਰ ਸਨ, ਨਾਰ ਖਾਂ ਵਰਗੇ, ਉਹ ਸਾਰੇ ਜਾਂ ਖਵਾਜੇ ਮਰਦੂਦ ਵਰਗੇ। ਨਾਰ ਖਾਂ ਨੂੰ ਤਾਂ ਕਲਗੀਧਰ ਜੀ ਨੇ ਮਾਰ ਦਿੱਤਾ ਸੀ, ਉਹਦਾ ਭਰਾ ਖਵਾਜਾ ਮਰਦੂਦ ਆਦਿਕ ਸੀ, ਕਹਿੰਦੇ ਉਹਨਾਂ ਨੂੰ ਵੀ ਮਾਰ ਦਿੱਤਾ ਬੰਦਾ ਬਹਾਦਰ ਨੇ। ਜਿਨ ਥੀ ਗੁਰ ਕੀ ਚੀਜ਼ ਕਰ ਆਈ। ਇਹਨਾਂ ਦੇ ਘਰ ਗੁਰੂ ਕੀ ਬਖਸ਼ਿਸ਼ ਆਈ ਸੀ। ਕਿਉਂ ਆਈ ਸੀ ਉਹ ਦੱਸਦੇ ਨੇ। ਉਨ ਥੋ ਇੱਕ ਹਾ ਨਾਰਾ ਮਾਰਾ। ਬਖਸ਼ਿਸ਼ ਆਈ ਸੀ ਵੀ ਮਲੇਰੀਆ ਦੀ ਜੜ ਬਚੀ ਰਹੇਗੀ। ਕਿਉਂਕਿ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ ਕਿ ਨਾ ਸ਼ੀਰਖੋਰ ਬੱਚਿਆਂ ਨੇ ਕੀ ਵਿਗਾੜਿਆ। ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਵਰ ਦਿੱਤਾ ਸੀ ਕਿ ਮਲੇਰ ਕੋਟਲੀਆਂ ਨੇ ਆਪਣੀ ਜੜ ਰੱਖ ਲਈ ਹੈ। ਇਮ ਕਰ ਉਨਕੋ ਸ਼ਹਿਰ ਨਜ਼ਾਰਾ। ਇਸ ਕਰਕੇ ਮਲੇਰ ਕੋਟਲਾ ਨਹੀਂ ਸਾੜਿਆ ਬਾਬੇ ਬੰਦੇ ਬਹਾਦਰ ਨੇ, ਉਹਦੇ ਤੇ ਹਮਲਾ ਨਹੀਂ ਕੀਤਾ। ਬਾਕੀ ਨੇੜੇ ਤੇੜੇ ਉਹਨੇ ਛੱਡਿਆ ਕੁਝ ਨਹੀਂ, ਸਾਰੇ ਇਲਾਕੇ ਆਪਣੇ ਅਧੀਨ ਕਰ ਲਏ ਨੇ। ਬਸ ਇੱਕ ਮਲੇਰ ਕੋਟਲੇ ਤੇ ਹਮਲਾ ਨਹੀਂ ਕੀਤਾ। ਮਾਰਿਓ ਸਮਾਣੇ ਸ਼ੈ ਫੌਜਦਾਰ। ਔਰ ਸਮਾਣੇ ਦਾ ਜਿਹੜਾ ਫੌਜਦਾਰ ਹੈ ਉਹ ਵੀ ਮਾਰ ਦਿੱਤਾ ਉਹਨਾਂ ਨੇ। ਤੇ ਉਹ ਸਮਾਣੇ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ ਹੈ। 11 ਨਵੰਬਰ ਸਨ 1709 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਣੇ ਤੇ ਫਤਿਹ ਪ੍ਰਾਪਤ ਕੀਤੀ। 11 ਨਵੰਬਰ 1709 ਇੱਕੋ ਦਿਨ ਚ ਹੀ ਸਮਾਣਾ ਮਾਰ ਲਿਆ ਸੀ। ਹਾਂਜੀ, 22 ਪਾਲ ਕੀ ਥੇ ਜੇਵਾਰ। ਇਹ ਸਮਾਣਾ ਐਡਾ ਵੱਡਾ ਨਗਰ ਸੀ ਕਿ 22 ਪਾਲਕੀਆਂ ਵਾਲੇ ਜਿਹੜੇ ਚੰਗੇ VVIP ਲੋਕ ਸਨ ਉਹ ਇੱਥੇ ਰਹਿੰਦੇ ਸਨ। ਲੁੱਟ ਸਡੋਰੇ ਪੀਰ ਸੁਜਾਰਾ। ਉਹ ਦੱਸ ਰਹੇ ਨੇ ਬਾਦਸ਼ਾਹ ਬਹਾਦਰ ਸ਼ਾਹ ਉਹਨਾਂ ਸਮਾਣਾ ਮਾਰਿਆ, ਸਰਹੰਦ ਮਾਰੀ ਹੈ ਤੇ ਜਾ ਕੇ ਸਡੋਰੇ ਤੇ ਫਤਿਹ ਪ੍ਰਾਪਤ ਕੀਤੀ। ਸਡੋਰਾ ਵੀ ਉਹਨਾਂ ਨੇ ਜਿੱਤ ਲਿਆ। ਉੱਥੇ ਸਡੋਰਾ ਤਾਂ ਮਾਰਿਆ ਕਿਉਂਕਿ ਸਡੋਰੇ ਵਾਲੇ ਨਵਾਬ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ। ਜੈ ਜਰੇ ਨਾ ਹਿੰਦੂ ਹੀਠ ਲੰਘ ਦਵਾਰਾ। ਫਿਰ ਉਹ ਪੀਰ ਜਿਹੜਾ ਸਡੋਰੇ 'ਚ ਦੱਸਿਆ ਜਾਂਦਾ ਸੀ ਵੀ ਜਿਹਦੇ ਤਬੂਤ ਦੇ ਥੱਲਿਓਂ ਕੋਈ ਮੁਰਦਾ ਕੱਢੀਦਾ ਸੀ ਤੇ ਸੜਦਾ ਨਹੀਂ ਸੀ, ਬਾਬਾ ਬੰਦਾ ਸਿੰਘ ਨੇ ਉਹਨੂੰ ਤਬੂਤ ਚੋਂ ਕੱਢ ਕੇ ਸਾੜਿਆ ਹੈ। ਸ਼ਸਤਰ ਤਾਰ ਬੰਦੇ ਬੰਦ ਲਏ। ਬੰਦਾ ਇਹੋ ਜਿਹਾ ਸ਼ਸਤਰ ਧਾਰੀ ਹੈ ਵੀ ਜਿਹੜਾ ਕੋਈ ਸ਼ਸਤਰ ਧਾਰੀ ਹੋ ਕੇ ਉਹਦੇ ਸਾਹਮਣੇ ਆਉਂਦਾ ਉਹਦੇ ਸ਼ਸਤਰ ਹੀ ਬੰਨ ਲੈਂਦਾ, ਉਹਦੀਆਂ ਤਲਵਾਰਾਂ ਹੀ ਨਹੀਂ ਚੱਲਣ ਦਿੰਦਾ, ਉਹਨਾਂ ਦੇ ਤੀਰ ਬੰਨ ਲੈਂਦਾ, ਸ਼ਸਤਰ ਬੰਨ ਲੈਂਦਾ। ਜਹਾਂ ਚਾਹੇ ਉਹ ਉੱਡ ਪੀ ਜਾਏ। ਲੋਕਾਂ 'ਚ ਕਈ ਤਰ੍ਹਾਂ ਦੀਆਂ ਗੱਲਾਂ ਸੀ। ਇਹ ਕਹਿ ਰਹੇ ਨੇ, ਕਹਿੰਦੇ ਉਹ ਤਾਂ ਉੱਡ ਕੇ ਚਲਾ ਜਾਂਦਾ ਜਿੱਥੇ ਉਹਦੀ ਮਰਜ਼ੀ ਹੁੰਦੀ ਹੈ, ਸਵੇਰੇ ਕਿਤੇ ਹੁੰਦਾ, ਦੁਪਹਿਰੇ ਕਿਤੇ, ਸ਼ਾਮ ਨੂੰ ਕਿਤੇ, ਉਹ ਤਾਂ ਉੱਡ ਕੇ ਜਿੱਥੇ ਮਰਜ਼ੀ ਜਾ ਪਹੁੰਚਦਾ ਹੈ। ਤੋਪ ਤੀਰ ਨਾ ਲਗੇ ਤਲਵਾਰ। ਉਹਨੂੰ ਨਾ ਕੋਈ ਤੋਪ ਲੱਗਦੀ ਹੈ, ਨਾ ਉਹਨੂੰ ਕੋਈ ਤੀਰ ਵੱਜਦਾ, ਨਾ ਕੋਈ ਉਹਨੂੰ ਤਲਵਾਰ ਲੱਗਦੀ ਹੈ। ਉਂਗਲੀ ਕਰੇ ਅਰ ਦੇਵੇਂ ਮਾਤ। ਜੇ ਕੋਈ ਫੌਜ ਚੜ ਕੇ ਆਉਂਦੀ ਹੈ ਨਾ, ਬਸ ਉਂਗਲੀ ਜੀ ਕਰਦਾ, ਉਂਗਲੀ ਕਰਕੇ ਹਰਾ ਦਿੰਦਾ। ਖਬਰ ਹੈ ਉਹਦੀ ਉਂਗਲ ਦੇ ਵਿੱਚੋਂ ਹੀ ਕੀ ਆਉਂਦਾ, ਇਹੋ ਜੀ ਚੀਜ਼ ਕਿ ਸਾਡੇ ਵੱਡੇ ਵੱਡੇ ਜਰਨੈਲਾਂ ਨੂੰ ਉਹ ਹਰਾ ਦਿੰਦਾ, ਬਸ ਉਂਗਲੀ ਕਰਕੇ ਹੀ ਹਰਾ ਦਿੰਦਾ। ਦੋਹਰਾ ਨੈ ਪਗ ਪ੍ਰਿਥਵੀ ਉਸ ਲਗੇ, ਨੈ ਅੱਖ ਪਲਕ ਹਿਲਾਏ। ਹੁਣ ਲੋਕਾਂ ਵਿੱਚ ਇਹ ਵੀ ਗੱਲਾਂ ਧੁੰਮੀਆਂ ਹੋਈਆਂ ਸੀ। ਬਹੁਤੇ ਤਾਂ ਕਹਿੰਦੇ ਸੀ ਵੀ ਬੰਦਾ ਕੋਈ ਦੇਵਤਾ ਅਵਤਾਰ ਹੈ, ਇਹ ਤੁਰਕਾਂ ਨੂੰ ਮਾਰਨ ਆਇਆ। ਹੁਣ ਦੇਵਤਿਆਂ ਦੇ ਜਿਹੜੇ ਲੱਛਣ ਹੁੰਦੇ ਆ ਉਹ ਬੰਦੇ ਵਿੱਚ ਵੀ ਦੱਸਦੇ ਆ। ਫਿਰ ਉਹ ਕਹਿੰਦੇ ਬਾਦਸ਼ਾਹ ਸਲਾਮਤ, ਬੰਦਾ ਬਹਾਦਰ ਜਦੋਂ ਟੁਰਦਾ ਉਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ। ਗੱਲਾਂ ਲੋਕਾਂ ਦੇ ਜਿੰਨੇ ਮੂੰਹ ਉਨੀਆਂ ਬਾਤਾਂ ਬਣਾ ਲੈਂਦੇ ਹੁੰਦੇ ਆ। ਨਹਿ ਪੱਗ ਪ੍ਰਿਥਵੀ ਉਸ ਲੱਗਾ, ਉਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ, ਨਾ ਉਹਦੀਆਂ ਅੱਖਾਂ ਝਪਕਦੀਆਂ ਨੇ, ਉਹਦੀ ਅੱਖਾਂ ਇੱਕਦਮ ਤੱਡੀਆਂ ਰਹਿੰਦੀਆਂ ਨੇ, ਉਹ ਵੀ ਨਹੀਂ ਝਪਕਦੀਆਂ। ਨੈ ਪਰਛਾਵਾਂ ਪੋਏ ਦਿਸੇ, ਯੋ ਲੋਕਨ ਦਿਓ ਸੁਨਾਏ। ਉਹਦਾ ਪਰਛਾਵਾਂ ਨਹੀਂ ਪੈਂਦਾ ਜ਼ਮੀਨ ਤੇ ਜਦੋਂ ਟੁਰਦਾ, ਨਾ ਉਹਦਾ ਪਰਛਾਵਾਂ ਭੋਏ ਦਿਸਦਾ।
ਏਦਾਂ ਲੋਕਾਂ ਨੇ ਕਈ ਗੱਲਾਂ ਜਿਹੜੀਆਂ ਬਾਬਾ ਬੰਦਾ ਸਿੰਘ ਬਾਬਤ ਆਮ ਸਮਾਜ ਵਿੱਚ ਲੋਕਾਂ 'ਚ ਚੱਲ ਰਹੀਆਂ ਸੀ, ਉਹ ਇਹਨਾਂ ਨੇ ਬਹਾਦਰ ਸ਼ਾਹ ਨੂੰ ਸੁਣਾਈਆਂ। ਸੋਰਠਾ ਸੁਨਤ ਬਹਾਦਰ ਸ਼ਾਹ, ਮਨ ਮੈਂ ਬਹੁ ਤਰਸਤ ਪਿਓ। ਜਦੋਂ ਬਹਾਦਰ ਸ਼ਾਹ ਨੇ ਇਹ ਗੱਲ ਸੁਣੀ ਨਾ, ਸੁਣ ਕੇ ਇੱਕਦਮ ਮਨ 'ਚ ਤਰਸਤ ਹੋ ਗਿਆ। ਤਰਸ ਦਾ ਮਤਲਬ ਹੁੰਦਾ ਡਰ ਗਿਆ। ਇੱਕਦਮ ਮਨ ਵਿੱਚ ਭੈ ਭੀਤ ਹੋ ਗਿਆ। ਫਰਿਆਦ ਸੁਨੀ ਉਸ ਨਾਏ, ਕਹਿਓ ਸੋ ਸਤਿਗੁਰ ਉਸ ਬਲੀ। ਪਹਿਲਾਂ ਤਾਂ ਬਹਾਦਰ ਸ਼ਾਹ ਨੇ ਟਾਲ ਮਟੋਲਾ ਕੀਤਾ। ਉਹਨੇ ਫਰਿਆਦ ਨਹੀਂ ਸੁਣੀ ਵਜ਼ੀਰੇ ਦੇ ਪੁੱਤ ਦੀ, ਕਿਉਂਕਿ ਉਹਨੂੰ ਪਤਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਗੁਰੂ ਹੈ ਨਾ, ਉਹ ਬੜਾ ਬਲੀ ਹੈ। ਉਹਦੇ ਦਰਸ਼ਨ ਕੀਤੇ ਸੀ ਬਹਾਦਰ ਸ਼ਾਹ ਨੇ। ਇਹਨੂੰ ਪਤਾ ਸੀ ਕਿ ਬੰਦੇ ਬਹਾਦਰ ਦਾ ਗੁਰੂ ਉਹ ਬੜਾ ਬਲੀ ਹੈ। ਚੋਪਈ ਹੁਤੋ ਸ਼ਾਹ ਵੈ ਗੁਰ ਕੋ ਗਿਆਨੀ। ਬਹਾਦਰ ਸ਼ਾਹ ਜਿਹੜਾ ਸੀ ਗੁਰੂ ਸਾਹਿਬ ਜੀ ਬਾਰੇ ਜਾਣਕਾਰੀ ਰੱਖਦਾ ਸੀ। ਉਹਨੂੰ ਕਲਗੀਧਰ ਪਾਤਸ਼ਾਹ ਜੀ ਬਾਰੇ ਪਤਾ ਸੀ। ਇਸ ਤੇ ਉਨ ਫਰਿਆਦ ਨਾ ਮਾਨੀ। ਇਸ ਕਰਕੇ ਉਹਨੇ ਇਹਨਾਂ ਦੀ ਫਰਿਆਦ ਨਹੀਂ ਮੰਨੀ, ਇਹਨਾਂ ਦੀ ਪੁਕਾਰ ਨਹੀਂ ਸੁਣੀ। ਕਰਾਮਾਤ ਬਹੁ ਬੰਦੇ ਸੁਨੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕਈ ਕਰਾਮਾਤਾਂ, ਕਈ ਅਜ਼ਮਤਾਂ ਬਹਾਦਰ ਸ਼ਾਹ ਨੇ ਸੁਣੀਆਂ। ਇਮ ਸੁਨ ਸ਼ਾਹ ਬੋ ਮੁੰਡੀ ਧੁਨੀ। ਸੁਣ ਸੁਣ ਕੇ ਬਾਦਸ਼ਾਹ ਬਹਾਦਰ ਸ਼ਾਹ ਸਿਰ ਧੁੰਨਦਾ, ਆਪਣਾ ਸਿਰ ਹਿਲਾਉਂਦਾ। ਜੋ ਮੈਂ ਉਸ ਸਿਓ ਕਰੋ ਲੜਾਈ। ਫਿਰ ਸੋਚਦਾ ਵੀ ਜੇ ਮੈਂ ਉਹਦੇ ਨਾਲ ਲੜਾਈ ਕੀਤੀ, ਮਤ ਮੋਕੋ ਵੈ ਦਈ ਮਰਾਈ। ਮਨ ਚ ਇਹਦੇ ਡਰ ਵੀ ਆਉਂਦਾ ਵੀ ਕਿਤੇ ਮੈਨੂੰ ਮਰਾਈ ਨਾ ਦੇਵੇ। ਉਹ ਕਰਾਮਾਤੀ ਹੈ, ਆਪਣੇ ਵੀਰ ਭੇਜ ਕੇ ਨਾ ਹੀ ਮੈਨੂੰ ਮਰਵਾ ਦੇਵੇ। ਮੈਂ ਸਤਿਗੁਰ ਤੇ ਝੂਠੋ ਪਾਉ। ਨਾਲੇ ਮੈਂ ਸਤਿਗੁਰਾਂ ਦੇ ਸਾਹਮਣੇ ਝੂਠਾ ਸਾਬਤ ਹੋਵਾਂਗਾ। ਅਰ ਮੈਂ ਸ਼ਾਹੀ ਤੇ ਪੀ ਜਾਉ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਵੀ ਸਾਡੇ ਘਰ ਨਾਲ ਵੈਰ ਨਾ ਕਮਾਈ, ਤੇ ਜੇ ਮੈਂ ਵੈਰ ਕਮਾਇਆ ਤੇ ਮੇਰੀ ਪਾਤਸ਼ਾਹੀ ਜਾਂਦੀ ਰਹੇਗੀ। ਦੋਨੋਂ ਬਾਤੇ ਕਠਨ ਵਿਚਾਰੇ। ਇਹ ਤਾਂ ਬਹਾਦਰ ਸ਼ਾਹ ਇਹ ਦੋਵੇਂ ਗੱਲਾਂ ਬੜੀਆਂ ਔਖੀਆਂ ਵਿਚਾਰਦਾ। ਪਾਤਸ਼ਾਹੀ ਲਾਲਚ ਵੀ ਪਿਆਰੇ। ਪਾਤਸ਼ਾਹੀ ਵੀ ਪਿਆਰੀ ਹੈ ਕਿ ਮੈਂ ਪਾਤਸ਼ਾਹੀ ਕਿਵੇਂ ਛੱਡਾਂਗਾ, ਜੇ ਲੜਿਆ ਤੇ ਮੇਰੀ ਪਾਤਸ਼ਾਹੀ ਜਾਂਦੀ ਰਹੇਗੀ। ਲਰੇ ਬੰਦਾ ਮੋਏ ਛੋੜੇ ਨਾ। ਨਾਲੇ ਇਹ ਵੀ ਡਰ ਆਉਂਦਾ ਵੀ ਉਹ ਕਰਾਮਾਤੀ ਹੈ ਬੰਦਾ, ਜੇ ਉਹ ਮੇਰੇ ਨਾਲ ਲੜਿਆ ਉਹਨੇ ਮੈਨੂੰ ਛੱਡਣਾ ਨਹੀਂ। ਕਰਾਮਾਤ ਬੋ ਉਸਕੇ ਮਾਈ। ਉਹਦੇ ਕੋਲ ਬੜੀਆਂ ਵੱਡੀਆਂ ਕਰਾਮਾਤਾਂ ਨੇ, ਉਹ ਕਰਾਮਾਤਾਂ ਦਾ ਮਾਲਕ ਹੈ। ਉਸਕੇ ਪਾਸ ਮੁਵੱਕਲ ਆਵੇ। ਉਹਦੇ ਕੋਲ ਤਾਂ ਵੀਰ ਨੇ ਸੁਣਿਆ 5 ਵੀਰ ਉਹਦੇ ਕੋਲ ਹਾਜ਼ਰ ਰਹਿੰਦੇ ਨੇ। ਮਤ ਮੋਕੋ ਵੈ ਮਾਰ ਗਿਰਾਵੇ। ਮਤਾ ਕਿਤੇ ਉਹਨਾਂ 5 ਵੀਰਾਂ ਨੂੰ ਭੇਜ ਕੇ ਮੇਰੇ ਕੋਲ ਤਾਂ ਮੈਨੂੰ ਮਰਵਾ ਦੇਵੇ, ਮੇਰੀ ਮੌਤ ਦਾ ਕਾਰਨ ਮੈਂ ਘਰ ਬੈਠਿਆਂ ਹੀ ਸਹੇੜ ਲਵਾਂ। ਜਾਂ ਤੇ ਉਸਨੇ ਨਾ ਮਨੀ ਫਰਿਆਦ। ਇਹਨਾਂ ਗੱਲਾਂ ਕਰਕੇ ਉਹਨੇ ਵਜ਼ੀਰ ਖਾਨ ਦੇ ਪੁੱਤ ਦੀ ਫਰਿਆਦ ਨਹੀਂ ਮੰਨੀ। ਨਾਲੇ ਉਹਨੂੰ ਪਤਾ ਸੀ ਵੀ ਇਹਦੇ ਪਿਓ ਨੇ ਵਧੀਕੀ ਕੀਤੀ ਹੈ, ਉਹਨੂੰ ਆਪਣੀ ਕਰਨੀ ਦਾ ਫਲ ਮਿਲਿਆ। ਤਰਪ ਲਾਹੌਰ ਕੁਛ ਕਰੇ ਨ ਯਾਦ। ਇਹਨੇ ਲਾਹੌਰ ਜਾਣ ਦਾ ਕੋਈ ਫੁਰਨਾ ਨਹੀਂ ਕੀਤਾ ਬਹਾਦਰ ਸ਼ਾਹ ਨੇ। ਲਾਹੌਰ ਵਾਲੇ ਪਾਸੇ ਜਾਣ ਦੀ ਇੱਛਾ ਨਹੀਂ ਕੀਤੀ। ਦੋਹਰਾ ਪਾਣੀ ਪਤ ਚੰਡੇ ਸੁਨੇ, ਬੰਦੇ ਦਏ ਗੜਾਏ। ਇਹਨੇ ਵੀ ਸੁਣਿਆ ਕਿ ਬਾਬਾ ਬੰਦਾ ਸਿੰਘ ਜੀ ਨੇ ਪਾਣੀਪਤ ਦੇ ਕੋਲ ਆਪਣਾ ਝੰਡਾ ਨਿਸ਼ਾਨ ਜਿਹੜਾ ਉਹ ਗੱਡਿਆ ਹੋਇਆ। ਤੁਰਕ ਫੌਜ ਆਗੇ ਲਖੇ, ਆਪੇ ਸੋ ਮਰ ਜਾਏ। ਜੇ ਕੋਈ ਤੁਰਕਾਂ ਦੀ ਫੌਜ ਉਸ ਨਿਸ਼ਾਨ ਨੂੰ ਟੱਪ ਕੇ ਪੰਜਾਬ ਵਾਲੇ ਪਾਸੇ ਜਾਂਦੀ, ਉਹ ਆਪੇ ਹੀ ਮਰ ਜਾਂਦੇ ਨੇ। ਇਹ ਗੱਲ ਵੀ ਬਹਾਦਰ ਸ਼ਾਹ ਨੇ ਸੁਣੀ। ਚੋਪਈ ਐਸੀ ਬਾਤ ਸੁਨ ਸੁਨ ਡਰੇ। ਇਹੋ ਜੀਆਂ ਗੱਲਾਂ ਸੁਣ ਸੁਣ ਕੇ ਬਾਦਸ਼ਾਹ ਡਰਦਾ। ਨੇ ਪੰਜਾਬ ਵੱਲ ਮੋਹਰੋਂ ਕਰੇ। ਇਹ ਪੰਜਾਬ ਵਾਲੇ ਪਾਸੇ ਮੂੰਹ ਨਹੀਂ ਕਰਦਾ। ਲੋਕ ਕਹਿੰਦੇ ਆ ਇਹਦੇ ਨਾਲ ਦੇ ਵੀ ਪੰਜਾਬ ਤੇ ਚੱਲ ਕੇ ਹਮਲਾ ਕਰ, ਇਹ ਮੂੰਹ ਨਹੀਂ ਕਰਦਾ। ਫਰਿਆਦੀ ਪੰਜਾਬੀ ਰਹੇ ਕੁਰਲਾਏ। ਜਿਹੜੇ ਪੰਜਾਬ ਚੋਂ ਫਰਿਆਦੀ ਗਏ ਨੇ ਸੂਬੇ ਵਜ਼ੀਰ ਖਾਨ ਦੇ ਪੋਤੇ, ਇਧਰੋਂ ਸਮਾਣੇ ਤੋਂ ਹੋਰ ਕਈ ਥਾਵਾਂ ਤੋਂ, ਉਹ ਫਰਿਆਦੀ ਬਣ ਕੇ ਇਹਦੇ ਕੋਲ ਰੋਜ਼ ਫਰਿਆਦਾਂ ਕਰਦੇ ਨੇ। ਔਰ ਲੋਕ ਨੇ ਕਰੇ ਸਹਾਏ। ਹੋਰ ਕੋਈ ਆ ਕੇ ਸਹਾਇਤਾ ਨਹੀਂ ਕਰਦਾ। ਸਗਵਾਂ ਦੇਵੇਂ ਗੱਲ ਮਿਟਾਏ। ਕੋਈ ਨਾ ਪੰਜਾਬੀਆਂ ਦੀ ਗੱਲ ਹੀ ਨਹੀਂ ਕੋਈ ਕਰਦਾ। ਉੱਥੇ ਜੇ ਗੱਲ ਕਰਦੇ ਨੇ
ਹੋਰ ਜਿਹੜੇ ਬਹਾਦਰ ਸ਼ਾਹ ਦੇ ਨੇੜੇ ਦੇ ਰਹਿਣ ਵਾਲੇ ਉਹ ਹੋਰ ਗੱਲ ਤੇ ਮਿੱਟੀ ਪਾ ਦਿੰਦੇ ਨੇ, ਕਹਿੰਦੇ ਚਲੋ ਜੀ ਰਹਿਣ ਦਿਓ, ਉਹ ਹੋਰ ਗੱਲ ਮਿਟਾ ਦਿੰਦੇ ਨੇ। ਮਤ ਮੋਕੋ ਹੀ ਕਲੇ ਪਾਤਸ਼ਾਹੇ। ਉਹ ਕਿਉਂ ਮਿਟਾਉਂਦੇ ਨੇ ਭਲਾ? ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੇ ਹੋਰ ਨਵਾਬ ਆਉਂਦੇ ਆ ਉੱਥੇ ਪੰਜਾਬ ਵਾਲਿਆਂ ਦੀ ਗੱਲ ਨਹੀਂ ਕਰਨ ਦਿੰਦੇ, ਉਹ ਬਾਦਸ਼ਾਹ ਦੇ ਕੋਲ ਕਿਉਂ ਨਹੀਂ ਕਰਨ ਦਿੰਦੇ? ਵੀ ਜੇ ਅਸੀਂ ਇਹਨਾਂ ਦੀ ਸਿਫਾਰਿਸ਼ ਕੀਤੀ ਤੇ ਬਾਦਸ਼ਾਹ ਨੇ ਕਹਿਣਾ ਤੂੰ ਹੀ ਟੁਰ ਜਾ ਕੇ ਬੰਦੇ ਨਾਲ ਲੜ। ਹੁਣ ਡਰ ਦੇ ਮਾਰੇ ਵੀ ਕਿਤੇ ਬਾਦਸ਼ਾਹ ਮੈਨੂੰ ਹੀ ਨਾ ਭੇਜ ਦੇਵੇ, ਜਿਹੜਾ ਬੋਲੇਗਾ ਕਿਤੇ ਉਹਨੂੰ ਹੀ ਨਾ ਜਾਣਾ ਪੈ ਜਾਏ, ਇਸ ਕਰਕੇ ਕੋਈ ਇਹਨਾਂ ਦੀ ਸਿਫਾਰਿਸ਼ ਨਹੀਂ ਕਰਦਾ। ਬੰਦੇ ਤੇ ਆਵੇ ਸ਼ੀਆਣ। ਬੰਦੇ ਤੋਂ ਏਦਾਂ ਡਰਦੇ ਨੇ ਜਿਵੇਂ ਬੱਬਰ ਸ਼ੇਰ ਤੋਂ ਕੋਈ ਡਰਦਾ ਹੈ। ਬੈਠ ਡਰੇ ਕਰ ਮੁਸਲਮਾਨ। ਘਰ 'ਚ ਹੀ ਬੈਠੇ ਡਰੀ ਜਾਂਦੇ, ਭੈ ਭੀਤ ਹੋਈ ਜਾਂਦੇ ਨੇ, ਜੰਗ 'ਚ ਤਾਂ ਕੀ ਸਾਹਮਣੇ ਆਉਣਗੇ। ਵਜ਼ੀਰ ਕਹੇ ਜੋ ਮੈਂ ਕਹੂੰ ਬਾਤ। ਵਜ਼ੀਰ ਜਿਹੜੇ ਸੀ ਬਹਾਦਰ ਸ਼ਾਹ ਦੇ, ਇਹ ਉਹਨਾਂ ਨੂੰ ਜਾ ਕੇ ਸਿਫਾਰਿਸ਼ਾਂ ਕਰਨ ਵੀ ਸਾਡੀ ਗੱਲ ਕਰੋ। ਵਜ਼ੀਰ ਹੁਣ ਸੋਚਣ ਵੀ ਜੇ ਅਸੀਂ ਗੱਲ ਕੀਤੀ ਬਾਦਸ਼ਾਹ ਨਾਲ, ਅਸੀਂ ਕਿਹਾ ਵੀ ਪੰਜਾਬ ਜਾਣਾ ਚਾਹੀਦਾ, ਮਤ ਮੋਏ ਸ਼ਾ ਕਲਾਵੇ ਬਾਤ। ਉਹ ਡਰਦੇ ਸੋਚਦੇ ਵੀ ਕਿਤੇ ਸਾਨੂੰ ਹੀ ਨਾ ਕਹੇ ਬਾਦਸ਼ਾਹ ਵੀ ਤੁਸੀਂ ਚਲੇ ਜਾਓ, ਫੌਜ ਲੈ ਜਾਓ। ਹੁਣ ਕੋਈ ਡਰਦਾ ਮਾਰਾ ਹੀ ਨਹੀਂ ਇਹ ਗੱਲ ਕਰਦਾ ਬਾਦਸ਼ਾਹ ਕੋਲ। ਫੌਜਦਾਰੀ ਕਰੇ ਨਾ ਕੋਈ। ਜਿਹੜੇ ਵੱਡੇ ਵੱਡੇ ਫੌਜਦਾਰ ਸੀ, ਜਰਨੈਲ, ਉਹ ਵੀ ਆ ਕੇ ਕੋਈ ਸਾਹਮਣੇ ਫੌਜਦਾਰੀ ਸਿਫਾਰਿਸ਼ ਨਹੀਂ ਕਰਦਾ। ਉਤੇ ਜਾਗਦੇ ਤੇ ਰਹੇ ਸੋਏ। ਉਹ ਜਾਗਦੇ ਹੋਏ ਵੀ ਸੌਂ ਗਏ, ਮੰਨ ਵੀ ਜਾਗਦੇ ਹੋਏ ਵੀ ਜਿਵੇਂ ਸੌਣ ਦਾ ਨਾ ਬੰਦਾ, ਇੱਕ ਸੁੱਤਾ ਪਿਆ ਬੰਦਾ ਹੋਵੇ ਉਹਨੂੰ ਉਠਾ ਲਈਦਾ, ਇੱਕ ਜਿਹੜਾ ਜਾਣ ਕੇ ਘੀਸ ਵੱਟ ਕੇ ਪਿਆ ਹੋਵੇ ਉਹਨੂੰ ਉਠਾਣਾ ਔਖਾ ਹੁੰਦਾ। ਕਹਿੰਦੇ ਜਾਗਦੇ ਹੀ ਸੁੱਤੇ ਹੋ ਗਏ ਵੀ ਮੰਨੋ ਇਹਨਾਂ ਨੂੰ ਪਤਾ ਹੀ ਨਹੀਂ ਕੁਝ। ਉਹ ਵਿਚਾਰੇ ਰੋਜ਼ ਆਇਆ ਕਰਨ, ਜਿਹੜੇ ਆ ਸੂਬੇ ਸਰਹੰਦ ਦੇ ਪੁੱਤ ਵਗੈਰਾ ਗਏ ਨੇ ਉੱਥੇ ਫਰਿਆਦ ਕਰਨ, ਉਹਨਾਂ ਦੀ ਕੋਈ ਸਿਫਾਰਿਸ਼ ਨਹੀਂ ਕਰਦਾ, ਉਹਨਾਂ ਵੱਲ ਵੇਖਦੇ ਤੱਕ ਵੀ ਨਹੀਂ। ਡਰ ਸੀ ਕਿ ਜੇ ਅਸੀਂ ਇਹਨਾਂ ਦੀ ਸਿਫਾਰਿਸ਼ ਕੀਤੀ ਤੇ ਬਾਦਸ਼ਾਹ ਕਿਤੇ ਸਾਨੂੰ ਹੀ ਨਾ ਭੇਜ ਦੇਵੇ ਪੰਜਾਬ 'ਚ ਬੰਦੇ ਬਹਾਦਰ ਨਾਲ ਲੜਨ ਵਾਸਤੇ। ਨਿਤ ਕਚਹਿਰੀ ਲਾਵੇ ਨਾਏ। ਰੋਜ਼ ਨਹੀਂ ਕਚਹਿਰੀ ਲਾਉਂਦੇ, ਆਉਂਦੇ ਹੀ ਨਹੀਂ ਕਈ ਰੋਜ਼ ਕਚਹਿਰੀ ਦੇ ਵਿੱਚ। ਮਤ ਪਾਤਸ਼ਾਹ ਹਮ ਉਹਾਂ ਕਲਾਏ। ਕਿਤੇ ਬਾਦਸ਼ਾਹ ਸਾਨੂੰ ਵੇਖ ਕੇ ਨਾ ਭੇਜ ਦੇਵੇ ਵੀ ਚਲੇ ਜਾਓ। ਕਈਆਂ ਨੇ ਛੁੱਟੀਆਂ ਲੈ ਲਈਆਂ, ਜਾਣਾ ਹੀ ਬੰਦ ਕਰ ਦਿੱਤਾ ਬਾਦਸ਼ਾਹ ਦੀ ਕਚਹਿਰੀ ਵਿੱਚ। ਕਹੇ ਬੰਦਾ ਹੈ ਜਾਣੀ ਜਾਣ। ਡਰ ਕਈਆਂ ਦੇ ਮਨਾਂ 'ਚ ਇਹ ਵੀ ਸੀ ਵੀ ਬੰਦਾ ਬਹਾਦਰ ਜਾਣੀ ਜਾਣ ਹੈ, ਉਹ ਦਿਲਾਂ ਦੀਆਂ ਬੁੱਝ ਲੈਂਦਾ। ਹਮ ਚਿਤਵੇਂ ਸੋ ਮਾਰੇ ਆਣ। ਜੇ ਅਸੀਂ ਇੱਥੇ ਬੈਠਿਆਂ ਵੀ ਸੋਚ ਲਿਆ ਨਾ ਵੀ ਅਸੀਂ ਉਹਦੇ ਤੇ ਹਮਲਾ ਕਰਨਾ, ਉਹਨੇ ਇੱਥੇ ਬੈਠਿਆਂ ਨੂੰ ਮਾਰ ਦੇਣਾ, ਸਾਨੂੰ ਲੜਨ ਦੀ ਤਾਂ ਲੋੜ ਹੀ ਨਹੀਂ ਪੈਣੀ। ਇਸ ਕਰਕੇ ਲੋਕ ਫੁਰਨਾ ਵੀ ਨਹੀਂ ਕਰਦੇ ਜਾਣ ਦਾ। ਦੋਹਰਾ ਤੋ ਪੰਜਾਬੀਅਨ ਕੱਪੜੇ ਟੰਗੇ ਦਿਨੇ ਮਸ਼ਾਲਾਂ ਕੀਨ। ਫਿਰ ਇਹਨਾਂ ਨੇ ਕੀ ਕੀਤਾ ਜਦੋਂ ਨਾ ਬਣੀ ਗੱਲ ਤੇ ਪੰਜਾਬ ਤੋਂ ਗਏ ਜਿਹੜੇ ਫਰਿਆਦੀ ਸੀ ਨਾ, ਇਹਨਾਂ ਨੇ ਆਪਣੇ ਕੱਪੜੇ ਜਿਹੜੇ ਸਨ ਉਹ ਟਾਂਗਾਂ ਤੇ ਟੰਗ ਕੇ ਉਹਨਾਂ ਨੂੰ ਦਿਨ ਦੇ ਵੇਲੇ ਅੱਗ ਲਾ ਕੇ ਉਹਨਾਂ ਨੂੰ ਜਗਾ ਦਿੱਤਾ, ਮਸ਼ਾਲਾਂ ਜਗਾ ਦਿੱਤੀਆਂ ਵੀ ਸਾਡਾ ਬਾਦਸ਼ਾਹ ਨਾ ਹੋ ਗਿਆ, ਉਹਨੂੰ ਦਿਨੇ ਵੀ ਨਹੀਂ ਦਿਸਦਾ ਤੇ ਅਸੀਂ ਆ ਰੋਸ਼ਨੀ ਕਰਦੇ ਆ ਵੀ ਸ਼ਾਇਦ ਇਹਦੇ ਨਾਲ ਹੀ ਇਹਨੂੰ ਦਿਸ ਜਾਏ। ਉਹਦੀ ਬੇਇੱਜ਼ਤੀ ਕਰਨ ਵਾਸਤੇ ਵੀ ਜਿਵੇਂ ਜਲੂਸ ਕੱਢੀਦਾ, ਏਦਾਂ ਮਸ਼ਾਲਾਂ ਬਾਲ ਕੇ ਉਹਨਾਂ ਨੇ ਆਪਣਾ ਮੁਜ਼ਾਹਰਾ ਕੀਤਾ। ਤੋ ਬਾਦਸ਼ਾਹ ਸੋਨੇ ਸੁਨੇ ਪਕੜ ਸੁਭਈਆ ਜ਼ਮੀਨ। ਬਾਦਸ਼ਾਹ ਫਿਰ ਵੀ ਨਹੀਂ ਸੁਣਦਾ ਇਹਨਾਂ ਦੀ ਗੱਲ। ਇਹ ਹੁਣ ਉੱਥੇ ਜ਼ਮੀਨ ਤੇ ਧਰਨਾ ਮਾਰ ਕੇ ਬਹਿ ਗਏ, ਜ਼ਮੀਨ ਤੇ ਧਰਨਾ ਮਾਰ ਕੇ ਬਹਿ ਗਏ ਵੀ ਜੇ ਨਹੀਂ ਸੁਣਦਾ ਤੇ ਅਸੀਂ ਇੱਥੇ ਹੀ ਬੈਠੇ ਹਾਂ। ਮੁੱਲਾ ਕਾਜੀ ਫਕਰ ਮਿਲ ਹਾਜੀ ਪੀਰ ਮਿਲਾਏ। ਜਦੋਂ ਇਹ ਧਰਨੇ ਤੇ ਬੈਠੇ ਇਹਨਾਂ ਨੇ ਆਪਣੀ ਮਦਦ ਲਈ ਮੁੱਲਾ ਕਾਜੀ ਫਕੀਰ ਜਿਹੜੇ ਲੜਨਾ ਨਹੀਂ ਸੀ ਜਾਣਦੇ ਪਰ ਉਹ ਮਦਦ ਵਾਸਤੇ ਸੱਦ ਲਏ। ਉਹ ਮੁੱਲਾ ਕਾਜੀ ਜਿਹਾਦ ਦੇ ਨਾਂ ਦੇ ਉੱਤੇ ਵੀ ਸਾਡਾ ਜਿਹਾਦ ਹੈ ਹੁਣ, ਉਹ ਸਾਰੇ ਆਪਣੀ ਮਦਦ ਵਾਸਤੇ ਸੱਦ ਲਏ ਤੇ ਸਾਰੇ ਧਰਨੇ ਤੇ ਬਹਿ ਗਏ। ਮਸ਼ਾਲਾਂ ਬਾਲ ਕੇ ਦਿਨੇ ਹੀ ਬਾਜ਼ਾਰਾਂ ਦੇ ਵਿੱਚ ਟੁਰੇ ਫਿਰਦੇ ਐ, ਰੋਸ ਮੁਜ਼ਾਹਰਾ ਕਰਦੇ ਐ। ਹਾਂਜੀ, ਆਖੇ ਕਾਫਰ ਤੂੰ ਪਿਆ ਉਨ ਰੋਲੋ ਦਿਓ ਮਚਾਏ। ਕਹਿੰਦੇ ਤੂੰ ਕਾਫਰ ਹੋ ਗਿਆ ਬਾਦਸ਼ਾਹ, ਉੱਚੀ ਉੱਚੀ ਰੋਲਾ ਮਚਾ ਦਿੱਤਾ ਇਹਨਾਂ ਨੇ, ਸ਼ੋਰ ਪਾ ਦਿੱਤਾ ਵੀ ਤੂੰ ਕਾਫਰ ਹੋ ਗਿਆ, ਤੂੰ ਕੁਫਰ ਦੀ ਨੀਂਦ 'ਚ ਸੌਂ ਗਿਆ। ਜੋ ਪਈ
ਕਉ ਕਹੇ ਤੈਂ ਦੀਨ ਹੁਣ ਗਵਾਇਆ। ਉਹ ਜਿੰਨੇ ਹੁਣ ਹੌਲੇ ਹੌਲੇ ਕਰਕੇ ਇਕੱਠ ਵਧਣ ਲੱਗ ਪਿਆ। ਬੜੇ ਬੜੇ ਮੌਲਵੀ ਕਾਜੀ ਫਕੀਰ ਹੋਰ ਆ ਕੇ ਇਹਨਾਂ ਕੋਲੇ ਇਕੱਠੇ ਹੋਣ ਲੱਗ ਪਏ। ਉੱਚੀ ਉੱਚੀ ਬੋਲਿਆ ਕਰਨ ਤੇ ਕਿਹਾ ਕਰਨ, ਬਾਦਸ਼ਾਹ ਤੂੰ ਆਪਣਾ ਦੀਨ ਗਵਾ ਦਿੱਤਾ ਹੈ, ਤੂੰ ਆਪਣੇ ਦੀਨ ਦਾ ਨਹੀਂ ਰਿਹਾ, ਤੂੰ ਆਪਣਾ ਦੀਨ ਗਵਾ ਦਿੱਤਾ। ਉਮਤ ਪਿਕੰਬਰ ਤੂੰ ਨਹੀਂ ਆਇਆ। ਤੂੰ ਪੈਗੰਬਰ ਦੀ ਉਮਤ ਵਿੱਚ ਨਹੀਂ ਆਉਂਦਾ, ਤੂੰ ਸਾਡਾ ਜਿਹੜਾ ਪੈਗੰਬਰ ਹੈ ਉਹਦੀ ਉਮਤ ਵਿੱਚ ਨਹੀਂ ਆਇਆ। ਭਰੇ ਨ ਪਿਕੰਬਰ ਤੋਰ ਸ਼ਫਾਤ। ਹੇ ਕਾਫਰ ਬਾਦਸ਼ਾਹ, ਪੈਗੰਬਰ ਨੇ ਤੇਰੀ ਸ਼ਾਦੀ ਨਹੀਂ ਭਰਨੀ ਦਰਗਾਹ ਵਿੱਚ, ਖੁਦਾ ਦੀ ਦਰਗਾਹ ਵਿੱਚ ਉਹਨੇ ਤੇਰੀ ਗਵਾਹੀ ਨਹੀਂ ਦੇਣੀ। ਪਰੇ ਦੋਜ਼ਕ ਮੈਂ ਤੁਮਰੀ ਜਾਤ। ਔਰ ਤੇਰੀ ਜਿਹੜੀ ਜਾਤ ਤੇ ਤੇਰੇ ਸਮੇਤ ਤੇਰੇ ਜਿੰਨੇ ਤੇਰੇ ਅਹਿਲਕਾਰ ਨੇ ਜਿਹੜੇ ਸਾਡੀ ਗੱਲ ਨਹੀਂ ਪਏ ਮੰਨਦੇ, ਉਹ ਸਾਰੇ ਦੋਜਕਾਂ ਦੀ ਅੱਗ 'ਚ ਸੜਨਗੇ। ਤੂੰ ਕਿਆ ਹਿੰਦੂਆਂ ਲੈ ਲਿਓ ਮੋਲ। ਕੀ ਤੈਨੂੰ ਹਿੰਦੂਆਂ ਨੇ ਮੁੱਲ ਖਰੀਦ ਲਿਆ? ਆਮ ਕਰਕੇ ਜਿਹੜੇ ਮੁਸਲਮਾਨ ਸੀ ਇਹ ਸਿੱਖਾਂ ਨੂੰ ਵੀ ਹਿੰਦੂ ਹੀ ਸੱਦਦੇ ਸਨ ਉਹਨਾਂ ਵੇਲਿਆਂ 'ਚ। ਹਾਲਾਂਕਿ ਬਹੁਤਿਆਂ ਨੂੰ ਪਤਾ ਵੀ ਸੀ ਵੀ ਹਿੰਦੂਆਂ ਤੇ ਮੁਸਲਮਾਨਾਂ ਤੋਂ ਇਹ ਨਿਆਰੇ ਨੇ, ਇਹ ਨਾ ਹਿੰਦੂ ਨੇ ਨਾ ਮੁਸਲਮਾਨ ਨੇ, ਪਰ ਆਮ ਕਰਕੇ ਜਦੋਂ ਇਕੱਠੇ ਹੁੰਦੇ ਸੀ ਤੇ ਸਿੱਖਾਂ ਨੂੰ ਵੀ ਹਿੰਦੂ ਦੱਸਦੇ ਸੀ। ਬਹੁਤਿਆਂ ਨੂੰ ਗਿਆਨ ਨਹੀਂ ਸੀ, ਜਿਹੜੇ ਕਾਜੀ ਮੌਲਵੀ ਸੀ ਉਹ ਕਹਿੰਦੇ ਕਿ ਬਾਦਸ਼ਾਹ ਤੈਨੂੰ ਇਹਨਾਂ ਹਿੰਦੂਆਂ ਨੇ ਜਾਂ ਇਹਨਾਂ ਸਿੱਖਾਂ ਨੇ ਮੁੱਲ ਖਰੀਦ ਲਿਆ। ਦਈ ਕਿਆ ਸ਼ਾਈ ਉਨ ਲੜੋਂ ਖੋਲ। ਕੀ ਤੈਨੂੰ ਇਹਨਾਂ ਸਿੱਖਾਂ ਨੇ ਆਪਣੇ ਪੱਲੇ ਤੋਂ ਖੋਲ ਕੇ ਸ਼ਾਹੀ ਬਾਦਸ਼ਾਹੀ ਦਿੱਤੀ ਹੈ? ਇਹਨਾਂ ਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ। ਦੀ ਪਾਤਸ਼ਾਹੀ ਪਿਕੰਬਰ ਹਮਾਰੇ। ਤੈਨੂੰ ਜਿਹੜੀ ਪਾਤਸ਼ਾਹੀ ਆ ਉਹ ਸਾਡੇ ਪੈਗੰਬਰ ਨੇ ਦਿੱਤੀ ਹੈ, ਸਾਡੇ ਪੈਗੰਬਰ ਨੇ ਤੈਨੂੰ ਪਾਤਸ਼ਾਹੀ ਸੌਂਪੀ ਹੈ। ਸੋ ਲਿਖ ਗਇਓ ਪਿਸ਼ਾਨੀ ਤੁਮਾਰੇ। ਉਹੀ ਤੇਰੇ ਭਾਗਾਂ ਦੇ ਵਿੱਚ ਸਿਫਾਰਿਸ਼ ਨਾਲ ਲਿਖ ਗਿਆ, ਤੇਰੇ ਮਸਤਕ ਤੇ ਲਿਖ ਗਿਆ। ਦੇਨ ਲਾਇਕ ਤੋ ਪੀਰ ਹਮ ਨਾਈ। ਇਹ ਦੱਸ ਵੀ ਸਾਡੇ ਜਿਹੜੇ ਪੀਰ ਸੀ ਉਹ ਤੈਨੂੰ ਪਾਤਸ਼ਾਹੀ ਦੇਣ ਲਾਇਕ ਨਹੀਂ ਸੀ, ਤੂੰ ਕਹਿੰਦਾ ਮੈਨੂੰ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਹੈ। ਵੀ ਸਾਡੇ ਪੀਰ ਉਦਾਂ ਹੀ ਟੁਰੇ ਫਿਰਦੇ ਆ, ਸਾਡੇ ਪੀਰਾਂ ਨੇ ਕੀ ਤੈਨੂੰ ਪਾਤਸ਼ਾਹੀ ਨਹੀਂ ਸੀ ਦਿੱਤੀ? ਉਹ ਨਹੀਂ ਸੀ ਦੇਣ ਜੋਗੇ। ਹਮ ਪੀਰਨ ਤੋਂ ਪੱਤ ਗਵਾਈ। ਤੂੰ ਤਾਂ ਸਾਡੇ ਪੀਰਾਂ ਦੀ ਪੱਤ ਰੋਲ ਕੇ ਰੱਖ ਦਿੱਤੀ ਆ ਬਾਦਸ਼ਾਹ। ਤੂੰ ਕਹੇ ਬਾਦਸ਼ਾਹੀ ਹਮ ਹਿੰਦੂਆਂ ਪਾਈ। ਤੂੰ ਕਹਿਣਾ ਵੀ ਮੈਂ ਪਾਤਸ਼ਾਹੀ ਹਿੰਦੂਆਂ ਤੇ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਪ੍ਰਾਪਤ ਕੀਤੀ ਹੈ। ਦੇਣ ਜੋਗ ਪੀਰ ਹਮ ਥੇ ਨਾਈ। ਕੀ ਭਲਾ ਸਾਡੇ ਜਿਹੜੇ ਪੀਰ ਸੀ ਉਹ ਤੈਨੂੰ ਪਾਤਸ਼ਾਹੀ ਦੇਣ ਜੋਗੇ ਨਹੀਂ ਸੀ? ਕਿ ਉਹ ਤੈਨੂੰ ਬਾਦਸ਼ਾਹੀ ਨਹੀਂ ਸੀ ਦੇ ਸਕਦੇ? ਫੜ ਫੜ ਛੁਰੀਆਂ ਰਸਤੇ ਰੋਕੇ। ਇਹ ਛੁਰੀਆਂ ਫੜ ਫੜ ਕੇ ਕਹਿੰਦੇ ਅਸੀਂ ਤੇਰਾ ਰਾਹ ਰੋਕਾਂਗੇ। ਮਾਰੇਂਗੇ ਸ਼ਾ ਛਾਤੀ ਕੈ ਚੌਂਕੇ। ਤੇ ਕਹਿੰਦੇ ਬਾਦਸ਼ਾਹ ਜੇ ਤੂੰ ਲੰਘਿਆ ਬਾਜ਼ਾਰਾਂ ਚੋਂ ਤੇਰੀ ਛਾਤੀ 'ਚ ਘੋਪ ਕੇ ਛੁਰੀਆਂ ਤੈਨੂੰ ਮਾਰਾਂਗੇ। ਹੋ ਗੋ ਨਿੰਦ ਤੁਧ ਮੱਕੇ ਤਾਈ। ਤੇਰੀ ਨਿੰਦਾ ਮੱਕੇ ਤੱਕ ਪਹੁੰਚੀ ਹੈ, ਮੱਕੇ ਵਿੱਚ ਵੀ ਕਾਬੇ ਵਿੱਚ ਵੀ ਤੇਰੀ ਨਿੰਦਾ ਹੋ ਰਹੀ ਹੈ। ਸ਼ਫਾਤ ਪਰੂਗੋ ਤੈ ਪਿਕੰਬਰ ਨਾਈ। ਕਿਸੇ ਪੈਗੰਬਰ ਨੇ ਤੇਰੀ ਸ਼ਾਦੀ ਨਹੀਂ ਭਰਨੀ, ਕਿਸੇ ਨੇ ਤੇਰੀ ਸਿਫਾਰਿਸ਼ ਨਹੀਂ ਕਰਨੀ। ਕਉ ਕਹੇ ਮੈਂ ਮੱਕਿਓਂ ਆਇਆ। ਕਈ ਉਦਾਂ ਹੀ ਹਵਾ 'ਚ ਗੱਲਾਂ ਸੁਣਾਈ ਜਾਣ, ਕਹਿੰਦੇ ਮੈਂ ਮੱਕਿਓਂ ਆਇਆ, ਮੱਕੇ ਦੀ ਜ਼ਿਆਰਤ ਕਰਕੇ ਆਇਆ। ਜ਼ਿਕਰ ਕਾਬੇ ਮੋ ਮੈਂ ਸੁਨ ਪਾਇਆ। ਉੱਥੇ ਵੀ ਇਹ ਜ਼ਿਕਰ ਚੱਲਦਾ ਵੀ ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾਹ ਕਾਫਰ ਹੋ ਗਿਆ। ਲੋਕ ਗੱਲਾਂ ਬਣਾਉਂਦੇ, ਕਹਿੰਦੇ ਮੈਂ ਮੱਕਿਓਂ ਆਇਆ, ਜਿਨ੍ਹਾਂ ਦੇ ਪਿਓ ਦਾਦੇ ਵੀ ਸ਼ਾਇਦ ਮੱਕੇ ਨਾ ਗਏ ਹੋਣ, ਉਹ ਵੀ ਕਹਿੰਦੇ ਅਸੀਂ ਮੱਕਿਓਂ ਆਏ ਆ, ਹੁਣੇ ਕੁਝ ਦਿਨ ਹੋਏ ਆ। ਉੱਥੇ ਵੀ ਗੱਲ ਚੱਲਦੀ ਆ ਬਹਾਦਰ ਸ਼ਾਹ ਦੀ। ਹਿੰਦੂਆਂ ਸ਼ਾਹ ਬਹਾਦਰ ਪਰਮਾਇਓ। ਕਿ ਸਿੱਖਾਂ ਤੇ ਹਿੰਦੂਆਂ ਨੇ ਜਾਂ ਗੁਰੂ ਨੇ ਇਹਨਾਂ ਦੇ ਨੇ ਇਹ ਬਾਦਸ਼ਾਹ ਪਰਮਾ ਲਿਆ। ਇਹ ਗੱਲ ਉੱਥੇ ਵੀ ਚੱਲਦੀ ਹੈ। ਸ਼ਾਹੀ ਖਾਤਰ ਉਨ ਦੀਨ ਗਵਾਇਓ। ਮੱਕੇ 'ਚ ਚਰਚਾ ਚੱਲ ਰਹੀ ਹੈ ਕਿ ਬਾਦਸ਼ਾਹ ਨੇ ਬਾਦਸ਼ਾਹੀ ਵਾਸਤੇ ਆਪਣਾ ਦੀਨ ਗਵਾ ਦਿੱਤਾ, ਬਾਦਸ਼ਾਹੀ ਵਾਸਤੇ ਆਪਣਾ ਧਰਮ ਗਵਾ ਦਿੱਤਾ। ਕਹੇ ਪਾਤਸ਼ਾਹੀ ਮੈਂ ਹਿੰਦੂਆਂ ਪਾਈ। ਔਰ ਕਹਿੰਦਾ ਵੀ ਮੈਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਪ੍ਰਾਪਤ ਕੀਤੀ ਹੈ। ਪਿਕੰਬਰ ਆਪਣੇ ਪੱਤ ਗਵਾਈ। ਔਰ ਆਪਣੇ ਪੈਗੰਬਰ ਦੀ ਬੇਇੱਜ਼ਤੀ ਆਪ ਕਰਦਾ ਹੈ। ਇਉਂ ਕਹਿ ਕੇ ਸ਼ਾਹ ਪਰਮਾਇਆ। ਅਖੀਰ ਇਹੋ ਜੀਆਂ ਗੱਲਾਂ ਕਰ ਕਰਕੇ ਬਾਦਸ਼ਾਹ ਨੂੰ ਇਹਨਾਂ ਨੇ ਅਖੀਰ ਨੂੰ ਆਪਣੇ ਵੱਲ ਲਾ ਹੀ ਲਿਆ।
ਉਹਨੂੰ ਭਰਮਾ ਹੀ ਲਿਆ ਆਪਣੀਆਂ ਗੱਲਾਂ ਵਿੱਚ। ਕਹਿ ਕਰ ਬੋ ਭਾਂਤੀ ਸਮਝਾਇਆ, ਕਈ ਤਰ੍ਹਾਂ ਕਹਿ ਕੇ ਸਮਝਾਇਆ। ਇਹ ਮੁਜ਼ਾਹਰਾ ਕਰਦੇ ਰਹੇ, ਬੈਠੇ ਉੱਥੇ ਕਈ ਦਿਨ, ਉੱਚੀ ਉੱਚੀ ਨਾਅਰੇਬਾਜ਼ੀਆਂ ਕਰਦੇ ਰਹੇ। ਤੋ ਅਖੀਰ ਨੂੰ ਬਾਦਸ਼ਾਹ ਬਹਾਦਰ ਸ਼ਾਹ ਨੂੰ ਇਹਨਾਂ ਦੀ ਗੱਲ ਮੰਨਣੀ ਪਈ ਤੇ ਇਹਨਾਂ ਨੇ ਭਰਮਾ ਵੀ ਲਿਆ ਗੱਲਾਂ ਬਾਤਾਂ ਕਰ ਕਰਕੇ ਵੀ ਤੂੰ ਸਾਡਾ ਧਰਮ, ਆਪਣਾ ਧਰਮ ਛੱਡ ਦਿੱਤਾ, ਬਾਦਸ਼ਾਹੀ ਵਾਸਤੇ ਧਰਮ ਗਵਾ ਦਿੱਤਾ, ਤੂੰ ਪੈਗੰਬਰ ਦੀ ਬੇਇੱਜ਼ਤੀ ਕਰਦਾ, ਕਹਿਣਾ ਮੈਨੂੰ ਪਾਤਸ਼ਾਹੀ ਗੁਰੂ ਨੇ ਦਿੱਤੀ ਹੈ। ਇਹ ਗੱਲਾਂ ਕਰ ਕਰਕੇ ਇਹਨਾਂ ਨੇ ਬਾਦਸ਼ਾਹ ਨੂੰ ਭਰਮਾ ਲਿਆ। ਦੋਹਰਾ ਐਸੇ ਐਸੇ ਖੋਫ ਤੇ ਮਿਹਣੇ ਦਏ ਅਨੇਕ। ਇਹੋ ਜੇ ਖੌਫ ਨਾਲ ਇਹਨਾਂ ਨੇ ਬੜੇ ਮਿਹਣੇ ਮਾਰੇ ਉਹਨੂੰ, ਯਾਨੀ ਕਿ ਮਿਹਣੋ ਮਿਹਣੀ ਹੋਏ, ਤਾਨੇ ਮਾਰੇ। ਤੈਨੂੰ ਅਸੀਂ ਬਾਦਸ਼ਾਹ ਬਣਾਇਆ, ਤੈਨੂੰ ਅਸੀਂ ਤਖਤ ਤੇ ਬਿਠਾਇਆ, ਤੂੰ ਸਾਡੀ ਗੱਲ ਨਹੀਂ ਪਿਆ ਮੰਨਦਾ, ਏਦਾਂ ਬੜੇ ਮਿਹਣੇ ਮਾਰੇ। ਹਾਜ਼ੀ ਪੀਰ ਇਕੱਠੇ ਪਏ, ਕੁਰਾਨ ਸੋ ਹੱਥ ਨਟੇਕ। ਜਿਹੜੇ ਬੜੇ ਬੜੇ ਹਾਜੀ ਉਹਨੂੰ ਕਹਿੰਦੇ, ਜਿਹੜਾ ਮੱਕੇ ਦੀ ਯਾਤਰਾ ਕਰ ਆਵੇ ਉਹਨੂੰ ਹਾਜੀ ਕਹਿੰਦੇ ਆ। ਬੜੇ ਬੜੇ ਹਾਜੀ ਪੀਰ ਇਕੱਠੇ ਹੋ ਕੇ ਕੁਰਾਨ ਉਹਨਾਂ ਨੇ ਹੱਥ ਵਿੱਚ ਲਈ ਹੋਈ ਹੈ, ਉਹ ਮੂਹਰੇ ਹੋ ਕੇ ਇਹਨੂੰ ਮਿਹਣੋ ਮਿਹਣੀ ਹੁੰਦੇ ਨੇ। ਚੌਪਈ ਪੀਰ ਕਹੇ ਹਮ ਜਿਮਾ ਕਰੇ। ਕਈ ਪੀਰ ਅੱਗੇ ਆਏ, ਕਹਿੰਦੇ ਬਾਦਸ਼ਾਹ ਤੂੰ ਬੰਦੇ ਬਹਾਦਰ ਦੀਆਂ ਕਰਾਮਾਤਾਂ ਤੋਂ ਡਰਦਾ, ਉਹਦਾ ਫਿਕਰ ਨਾ ਕਰ, ਅਸੀਂ ਤੇਰੇ ਮੂਹਰੇ ਹੋ ਕੇ ਟੁਰਾਂਗੇ, ਅਸੀਂ ਅੱਗੇ ਉਹਦੀ ਜ਼ਿੰਮੇਵਾਰੀ ਲੈਨੇ ਆ। ਕਲਾਮ ਸੈਫੀ ਪੜ ਮੋਹਰੇ ਤੁਰੇ। ਅਸੀਂ ਕਲਮਾ ਪੜ ਕੇ, ਆਪਣੀਆਂ ਸੈਫੀਆਂ ਪੜ ਕੇ, ਮੰਤਰ ਤੰਤਰ ਜਿਹੜੇ ਹੁੰਦੇ ਆ ਉਹ ਪੜ ਕੇ ਮੂਹਰੇ ਟੁਰਾਂਗੇ, ਤੇਰੇ ਤੇ ਬੰਦੇ ਦੀ ਕੋਈ ਕਰਾਮਾਤ ਨਹੀਂ ਚੱਲਣ ਦਿਆਂਗੇ। ਮੋਹਰੇ ਤੁਰੇ ਲੈ ਕੁਰਾਨੇ ਹਾਥ। ਅਸੀਂ ਕੁਰਾਨੇ ਪਾਕ ਆਪਣੇ ਹੱਥਾਂ 'ਚ ਲੈ ਕੇ ਅੱਗੇ ਚੱਲਾਂਗੇ। ਆਓ ਪਿੱਛੇ ਤੂੰ ਫੌਜਨ ਸਾਥ। ਤੂੰ ਆਪਣੀਆਂ ਫੌਜਾਂ ਸਮੇਤ ਸਾਡੇ ਪਿੱਛੇ ਚੱਲ ਕੇ ਆ। ਤਬ ਕਿਚਕ ਸ਼ਾਹ ਨੇ ਮੰਨੀ ਬਾਤ। ਫਿਰ ਬਾਦਸ਼ਾਹ ਨੇ ਵੀ ਗੱਲ ਮੰਨ ਲਈ ਵੀ ਚਲੋ ਇਹ ਮੰਤਰ ਤੰਤਰ ਪੜਨਗੇ, ਕਲਮਾ ਘਟੋ ਘਟ ਬੰਦੇ ਦੀਆਂ ਕਰਾਮਾਤਾਂ ਨਹੀਂ ਚੱਲਣਗੀਆਂ। ਕਯੋ ਤੁਰੋ ਮੈਂ ਅਗਰੇ ਤਾਕ। ਕਹਿਣ ਲੱਗਾ ਵੀ ਮੈਂ ਆਗਰੇ ਤੱਕ ਪਹਿਲਾਂ ਚੱਲ ਕੇ ਜਾਣਾ, ਦੱਖਣ ਤੋਂ ਆਉਣਾ ਸੀ ਇਹਨੇ, ਕਹਿੰਦਾ ਮੈਂ ਪਹਿਲਾਂ ਆਗਰੇ ਤੱਕ ਚੱਲ ਕੇ ਚੱਲਾਂਗਾ। ਆਗੇ ਦੇਖ ਆਵੇ ਹਲਕਾਰੇ। ਆਗਰੇ ਮੈਂ ਡੇਰਾ ਰੱਖਾਂਗਾ, ਉੱਥੋਂ ਫਿਰ ਅੱਗੇ ਹਲਕਾਰੇ ਭੇਜਾਂਗਾ, ਉਹ ਪਹਿਲਾਂ ਵੇਖ ਕੇ ਆਉਣਗੇ ਪੰਜਾਬ ਜਾ ਕੇ ਵੀ ਉੱਥੇ ਬੰਦੇ ਦੀ ਕੀ ਗੱਲਬਾਤ ਹੈ, ਉਹ ਕਿੱਦਾਂ ਦਾ ਹੈ ਤੇ ਕੀ ਉਹਦਾ ਸੁਭਾਅ ਹੈ। ਉਹ ਕਹਿੰਦਾ ਪਹਿਲਾਂ ਮੈਂ ਆਗਰੇ ਬੈਠਾ ਸਾਰੀ ਖਬਰ ਮੰਗਾਵਾਂਗਾ। ਤੋ ਆਗੇ ਮੈਂ ਕਰੂੰਗੋ ਸਿਧਾਰੇ। ਪਹਿਲਾਂ ਆਪਣੀ ਤਸੱਲੀ ਕਰਕੇ ਫਿਰ ਮੈਂ ਆਗਰੇ ਤੋਂ ਟੁਰਾਂਗਾ। ਦੇਵਤੇ ਹੈ ਕਿ ਹੈ ਸੋ ਬੰਦਾ। ਪਤਾ ਲੱਗੇਗਾ ਵੀ ਉਹ ਦੇਵਤਾ ਹੈ ਕਿ ਬੰਦਾ। ਜਿਵੇਂ ਕਹਿੰਦੇ ਆ ਵੀ ਉਹਦੇ ਪਰਛਾਵਾਂ ਨਹੀਂ ਪੈਂਦਾ ਜ਼ਮੀਨ ਤੇ, ਉਹਦੇ ਪੈਰ ਨਹੀਂ ਲੱਗਦੇ ਜ਼ਮੀਨ ਤੇ, ਉਹਦੀਆਂ ਅੱਖਾਂ ਨਹੀਂ ਫਰਕਦੀਆਂ, ਹਵਾ ਚ ਉੱਡ ਜਾਂਦਾ। ਕਹਿੰਦੇ ਉਹ ਦੇਵਤਾ ਕਿ ਬੰਦਾ, ਇਹ ਪਹਿਲਾਂ ਮੈਂ ਆਗਰੇ 'ਚ ਬਹਿ ਕੇ ਤਸੱਲੀ ਕਰਾਂਗਾ, ਆਪਣੇ ਹਲਕਾਰੇ ਭੇਜਾਂਗਾ। ਦੇਖ ਸੋ ਆਵੇ ਤਾਂ ਕੇ ਫੰਦਾ। ਉਹ ਵੇਖ ਕੇ ਆਉਣਗੇ ਉਹਦੇ ਸਾਰੇ ਫੰਦੇ। ਪਾਸ ਮੁਵੱਕਲ ਹੈ ਕਿ ਨਾਹੀ। ਉਹਦੇ ਕੋਲ ਕੋਈ ਮੁਵੱਕਲ ਹੈ ਕਿ ਨਹੀਂ, ਯਾਨੀ ਕਿ ਵੀਰ ਹੈਣ ਕਿ ਨਹੀਂ, ਉਹ ਵੀ ਵੇਖ ਕੇ ਆਉਣਗੇ। ਕਰਾਮਾਤ ਸੱਚ ਹੈ ਕਿ ਨਾਹੀ। ਉਹਦੇ ਕੋਲ ਕੋਈ ਕਰਾਮਾਤ ਹੈ ਕਿ ਨਹੀਂ, ਇਹ ਵੀ ਵੇਖਣਗੇ। ਕਹੇ ਉਸ ਪੈਰ ਚਹਿਨ ਨੇ ਤਰਨਾ। ਕਹਿੰਦੇ ਨੇ ਉਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ। ਹੈ ਉਸ ਆਂਖ ਕੈ ਨਾਹੀ ਫਰਕ ਨਾ। ਉਹਦੀਆਂ ਅੱਖਾਂ ਨਹੀਂ ਫਰਕਦੀਆਂ, ਇਹ ਵੀ ਮੈਂ ਸੁਣਿਆ। ਜੋ ਦਿਸੇ ਉਸ ਤਨ ਪਰਛਾਵਾਂ। ਕਹਿੰਦੇ ਉਹਦਾ ਤਨ ਦਾ ਪਰਛਾਵਾਂ ਵੀ ਨਹੀਂ ਦਿਸਦਾ। ਹੁਣ ਮੈਂ ਵੇਖਾਂਗਾ ਵੀ ਉਹਦੀਆਂ ਅੱਖਾਂ ਫਰਕਦੀਆਂ ਨੇ, ਉਹਦੇ ਪੈਰ ਜ਼ਮੀਨ ਤੇ ਲੱਗਦੇ ਆ, ਉਹਦਾ ਪਰਛਾਵਾਂ ਜ਼ਮੀਨ ਤੇ ਪੈਂਦਾ। ਮੈਂ ਇਹ ਤਸੱਲੀ ਕਰਕੇ ਫਿਰ ਟੁਰਨਾ। ਜੇ ਤਾਂ ਪੈਂਦਾ ਹੋਇਆ ਪਰਛਾਵਾਂ, ਜੇ ਉਹਦੇ ਪੈਰ ਲੱਗਦੇ ਹੋਏ ਜ਼ਮੀਨ ਤੇ, ਜੇ ਉਹਦੀਆਂ ਅੱਖਾਂ ਫਰਕਦੀਆਂ ਹੋਈਆਂ ਤਾਂ ਮੈਂ ਆਗਰਿਓਂ ਅੱਗੇ ਟੁਰ ਕੇ ਜਾਵਾਂਗਾ, ਨਹੀਂ ਤਾਂ ਮੈਂ ਨਹੀਂ ਜਾਂਦਾ, ਮੇਰੇ ਹੱਥ ਖੜੇ ਆ। ਏਦਾਂ ਬੋਲਿਆ ਬਾਦਸ਼ਾਹ। ਤੋ ਆਗੇ ਮੈਂ ਪਾਵਨ ਪਾਵਾਂ। ਕਹਿੰਦਾ ਫਿਰ ਮੈਂ ਅੱਗੇ ਆਪਣੇ ਪੈਰ ਪਾਵਾਂਗਾ ਆਗਰੇ ਤੋਂ, ਜੇ ਮੈਨੂੰ ਇਸ ਗੱਲ ਦੀ ਤਸੱਲੀ ਹੋਵੇਗੀ। ਦੋਹਰਾ ਯੋਂ ਕਹਿ ਹਲਕਾਰੇ ਤੋਰ ਕੇ ਮਗਰ ਤੁਰਿਓ ਸੋ ਆਪ। ਏਦਾਂ ਕਹਿ ਕੇ ਨੇ ਹਲਕਾਰੇ ਅੱਗੇ ਟੋਰੇ ਤੇ ਨਾਲ ਪਿੱਛੇ ਪਿੱਛੇ ਆਪ ਚੱਲ ਪਿਆ। ਆਗਰੇ ਡੇਰਾ ਆਕਰਾ ਅਗਿਓ ਲਗੇ ਤਨ ਤਾਪ। ਦੱਖਣੇ ਤੋਂ ਚੱਲ ਕੇ ਆਗਰੇ ਤੱਕ ਆ ਗਿਆ ਏ।
ਆਗਰੇ ਤੋਂ ਅੱਗੇ ਟੁਰਨ ਵੇਲੇ ਹੁਣ ਇਹਨੂੰ ਤਾਪ ਲੱਗਦਾ, ਬੁਖਾਰ ਚੜਦਾ ਸੀ ਵੀ ਆਗਰੇ ਤੋਂ ਅੱਗੇ ਨਹੀਂ ਜਾਣਾ ਜਦੋਂ ਤੱਕ ਮੈਨੂੰ ਤਸੱਲੀ ਨਹੀਂ ਹੁੰਦੀ। ਆਗਰੇ ਤੋਂ ਚੱਲਣ ਵੇਲੇ ਹੁਣ ਇਹਨੂੰ ਬੁਖਾਰ ਚੜਦਾ ਵੀ ਅੱਗੇ ਪੰਜਾਬ ਨੂੰ ਕਿਵੇਂ ਜਾਵਾਂ। ਚੌਪਈ ਤੁਰੇ ਹਲਕਾਰੇ ਭੇਖ ਵਟਾਏ। ਬਾਦਸ਼ਾਹ ਨੇ ਆਪਣੇ ਹਲਕਾਰੇ ਭੇਜੇ, ਭੇਸ ਵਟਾ ਕੇ ਗਏ। ਹਿੰਦੂ ਹੁਤੇ ਥੇ ਚਾਕਰ ਸਾਏ। ਉਹ ਹਿੰਦੂ ਸਨ ਤੇ ਇਹਨੇ ਆਪਣੇ ਕੋਲ ਨੌਕਰ ਰੱਖੇ ਸੀ, ਉਹਨਾਂ ਤੇ ਵੀ ਸ਼ੱਕ ਨਾ ਹੋਵੇ, ਇਸ ਕਰਕੇ ਉਹ ਭੇਸ ਵਟਾ ਕੇ ਭੇਜੇ। ਡਰਤ ਡਰਤ ਤੇ ਪਹੁੰਚੇ ਜਾਏ। ਬਾਦਸ਼ਾਹ ਦੇ ਜਿਹੜੇ ਨੌਕਰ ਸੀ ਡਰਦੇ ਡਰਦੇ ਬਾਬਾ ਜੀ ਦਾ ਪਤਾ ਕਰਕੇ ਬਾਬਾ ਬੰਦਾ ਸਿੰਘ ਜੀ ਕੋਲ ਪਹੁੰਚੇ। ਦੇਖਿਓ ਉਨਬੋ ਧਿਆਨ ਲਗਾਏ। ਉਹਨਾਂ ਨੇ ਪਹਿਲਾਂ ਆ ਕੇ ਬਾਬਾ ਜੀ ਨੂੰ ਵੇਖਿਆ, ਪੂਰਾ ਧਿਆਨ ਲਾ ਕੇ ਅੱਖਾਂ ਵੇਖੀਆਂ ਪਹਿਲੀਆਂ ਵੀ ਅੱਖਾਂ ਫਰਕਦੀਆਂ ਨੇ ਕਿ ਨਹੀਂ ਇਹਦੀਆਂ। ਪਹਿਲਾਂ ਅੱਖਾਂ ਵੱਲ ਵੇਖਣ ਲੱਗੇ ਧਿਆਨ ਨਾਲ। ਧਰਨ ਚੈਨ ਤਿਨ ਲਾਗਤ ਦੇਖਾ। ਉਹਨਾਂ ਵੇਖਿਆ ਵੀ ਅੱਖਾਂ ਫਰਕਦੀਆਂ, ਫਿਰ ਵੇਖਿਆ ਵੀ ਉਹਦੇ ਪੈਰ ਲੱਗਦੇ ਆ ਥੱਲੇ ਜ਼ਮੀਨ ਤੇ। ਸੁਣਿਆ, ਤੁਰਦਾ ਵੇਖਿਆ, ਵੇਖਿਆ ਵੀ ਪੈਰ ਵੀ ਜ਼ਮੀਨ ਤੇ ਲੱਗਦੇ ਆ, ਉਹਦੇ ਤਾਂ ਨਿਸ਼ਾਨ ਵੀ ਪੈਂਦੇ ਆ ਜ਼ਮੀਨ ਤੇ ਜਦੋਂ ਤੁਰਦਾ ਕੱਚੇ ਥਾਂ ਤੇ, ਪੈਰਾਂ ਦੇ ਨਿਸ਼ਾਨ ਵੀ ਹਨ। ਪਰਤ ਪਰਛਾਵਾਂ ਭੂ ਪਰ ਪੇਖਾ। ਵੇਖਿਆ ਵੀ ਪਰਛਾਵਾਂ ਵੀ ਪੈਂਦਾ ਜ਼ਮੀਨ ਤੇ, ਤਾਂ ਗੱਲਾਂ ਹੀ ਬਣਾਈਆਂ ਨੇ ਲੋਕਾਂ ਨੇ, ਇਹਦਾ ਪਰਛਾਵਾਂ ਨਹੀਂ ਪੈਂਦਾ। ਉਹਨਾਂ ਵੇਖਿਆ ਧਿਆਨ ਨਾਲ ਵੀ ਪਰਛਾਵਾਂ ਵੀ ਪੈ ਰਿਹਾ ਜ਼ਮੀਨ ਤੇ। ਆਂਖ ਫੁਰਤ ਬੋ ਗੁੱਸੇ ਮਾਈ। ਉਹਨਾਂ ਵੇਖਿਆ ਕਿਤੇ ਬਾਬਾ ਜੀ ਬੀਰਸ ਚ ਆਏ ਹੋਣਗੇ ਬੈਠਿਆਂ, ਕਹਿੰਦੇ ਵੀ ਜਦੋਂ ਗੁੱਸੇ ਚ ਆਉਂਦਾ ਅੱਖਾਂ ਫਰਕਦੀਆਂ ਨੇ ਇਹਦੀਆਂ, ਜਦੋਂ ਬੀਰਸ ਵਿੱਚ ਆਉਂਦਾ ਤੇ ਅੱਖਾਂ ਵੀ ਫਰਕਦੀਆਂ ਇਹਦੀਆਂ, ਕਹਿੰਦੇ ਅੱਖਾਂ ਵੀ ਫਰਕ ਰਹੀਆਂ ਨੇ। ਆਹੇ ਮਨੁੱਖ ਸੋ ਦੇਵਤਾ ਨਾਏ। ਉਹਨਾਂ ਨੇ ਕਨਫਰਮ ਕਰ ਲਿਆ ਵੀ ਇਹ ਬੰਦਾ ਹੈ, ਮਨੁੱਖ ਹੈ, ਦੇਵਤਾ ਨਹੀਂ ਹੈ। ਮਨੁੱਖ ਵਾਲੀਆਂ ਸਾਰੀਆਂ ਇਹਨਾਂ ਦੀਆਂ ਸਰੀਰ ਜਿਹੜੇ ਨੇ ਉਹ ਮਨੁੱਖ ਵਾਂਗੂ ਨੇ, ਇਹ ਦੇਵਤਾ ਨਹੀਂ ਹੈ। ਕਰਾਮਾਤ ਦੇਖੀ ਅਵਰ ਕਨੀ। ਫਿਰ ਉਹਨਾਂ ਨੇ ਵੇਖਿਆ ਵੀ ਕਰਾਮਾਤ ਹੈ ਕਿ ਨਹੀਂ ਇਹ ਵੇਖੀਏ। ਉਹਨਾਂ ਨੇ ਉੱਥੇ ਕੁਝ ਦਿਨ ਰਹਿ ਕੇ ਵੇਖਿਆ ਕਿ ਕਰਾਮਾਤੀ ਤਾਂ ਹੈ। ਮਾਤ ਬਰਨ ਤੇ ਪੀਉਨ ਸੁਨੀ। ਔਰ ਕਈਆਂ ਦੇ ਕੋਲੋਂ ਉਹਨਾਂ ਨੇ ਗੱਲਬਾਤ ਸੁਣੀ, ਜਿਹੜੇ ਮੋਹਤਬਰ ਲੋਕ ਸੀ ਇਤਬਾਰੀ, ਵੀ ਇਹਦੇ ਕੋਲ ਕੋਈ ਕਰਾਮਾਤ ਹੈ। ਉਹਨਾਂ ਨੇ ਦੱਸਿਆ ਵੀ ਹਾਂ ਬੰਦੇ ਕੋਲ ਕਰਾਮਾਤ ਹੈ। ਸੋ ਹਲਕਾਰਨ ਆਕੈ ਕਈ। ਸਾਰਾ ਕੁਝ ਪਤਾ ਕਰਕੇ ਉਹ ਹਲਕਾਰੇ ਵਾਪਸ ਆਏ। ਬਹਾਦਰ ਸ਼ਾਹ ਸੋ ਮਾਨੀ ਸਹੀ। ਆ ਕੇ ਬਹਾਦਰ ਸ਼ਾਹ ਨੂੰ ਸਾਰੀ ਗੱਲ ਦੱਸੀ ਵੀ ਆਹ ਗੱਲ ਬਾਤ ਹੈ। ਦੋਹਰਾ ਫਿਰ ਫਰਿਆਦ ਪੰਜਾਬੀਨ ਕਰੀ, ਸੋਸ਼ੈ ਉਦਮ ਕੀਨ। ਫਿਰ ਪੰਜਾਬੀ ਜਿਹੜੇ ਗਏ ਸੀ ਇੱਥੋਂ ਫਰਿਆਦ ਕਰਨ, ਉਹਨਾਂ ਆਖਿਆ ਬਾਦਸ਼ਾਹ ਹੁਣ ਤਾਂ ਖਬਰ ਵੀ ਆ ਗਈ ਹੈ, ਹੁਣ ਚੱਲ ਹਮਲਾ ਕਰ, ਚੱਲ ਪੰਜਾਬ ਵਾਲੇ ਪਾਸੇ। ਇਹ ਸੁਣ ਕੇ ਨੇ ਉਦਮ ਕੀਤਾ। ਬਾਹਰ ਡੇਰਾ ਕਾਢ ਕੇ ਫਿਰ ਦਾਖਲ ਕਰ ਲੀਨ। ਕਹਿੰਦੇ ਇੱਕ ਵਾਰੀ ਬਾਹਰ ਆ ਗਿਆ ਚੱਲ ਕੇ, ਪਰ ਫਿਰ ਵਾਪਸ ਵੜ ਗਿਆ ਆਗਰੇ ਚ। ਕਿਉਂ ਗਿਆ ਅੱਗੇ ਦੱਸਦੇ ਹਨ। ਚੌਪਈ ਜਬ ਫਰਿਆਦ ਸੀ ਲੋਕਨ ਕਰੀ। ਜਦੋਂ ਲੋਕਾਂ ਨੇ ਫਰਿਆਦ ਕੀਤੀ ਬਾਦਸ਼ਾਹ ਨੂੰ, ਸ਼ਾਹ ਤਿਆਰੀ ਪੀਥੋ ਲੋਕਰੀ। ਇਹਨੇ ਵੀ ਤਿਆਰੀ ਕਰ ਲਈ ਚੱਲਣ ਦੀ। ਮੋਰੇ ਕੁਰਾਨ ਕਰੇ ਕਈ ਹਜ਼ਾਰ। ਕਹਿੰਦੇ ਕਈ ਕੁਰਾਨਾਂ ਇਹਨੇ ਮੂਹਰੇ ਕਰ ਲਈਆਂ। ਝੰਡਾ ਹੈਦਰੀ ਤੋਰਿਓ ਨਾਰ। ਹੈਦਰੀ ਝੰਡਾ ਨਾਲ ਟੋਰ ਲਿਆ। ਫਕੀਰ ਮੁਲਾਣੇ ਮੋਰੇ ਤੋਰੇ। ਔਰ ਬੜੇ ਫਕੀਰ ਮੁਲਾਣੇ ਆਪਣੇ ਅੱਗੇ ਟੋਰ ਲਏ। ਪੜ ਪੜ ਸੈਫੀ ਕਲਾਮਨ ਹੋਰੇ। ਸਾਰੇ ਕਲਾਮਾਂ ਪੜਦੇ ਅੱਗੇ ਟੁਰੇ ਜਾਂਦੇ ਨੇ। ਤੋ ਪੀਸ਼ਾ ਮਨ ਚਿੰਤਾ ਤਰੇ। ਫਿਰ ਵੀ ਇਹਦੇ ਮਨ 'ਚ ਡਰ ਆਉਂਦਾ ਹੈ। ਨੈ ਪਤੀ ਆਵੇ ਥਰ ਥਰ ਕਰੇ। ਇਹਦਾ ਮਨ ਨਹੀਂ ਪਤੀਜਦਾ, ਹਿਰਦਾ ਥਰ ਥਰ ਕੰਬਦਾ ਬਾਦਸ਼ਾਹ ਦਾ। ਤਬੇ ਸ਼ਾ ਮਨ ਐਸ ਵਿਚਾਰੀ। ਬਾਦਸ਼ਾਹ ਨੇ ਮਨ 'ਚ ਫਿਰ ਵਿਚਾਰ ਕੀਤੀ। ਬੰਦੇ ਸੋ ਨੈ ਬਨੇ ਬਿਗਾਰੀ। ਕਹਿੰਦਾ ਨਾ ਹੀ ਵਿਗਾੜ ਕਰਾਂ, ਪਹਿਲਾਂ ਜੇ ਪਿਆਰ ਨਾਲ ਕਾਬੂ ਆ ਜੇ ਤੇ ਉਸ ਤਰੀਕੇ ਨਾਲ ਕਾਬੂ ਕਰੀਏ ਛਲ ਨਾਲ। ਬੰਦਾ ਉਸ ਗੁਰ ਕੋ ਹੈ ਦਾਸ। ਫਿਰ ਸੋਚਦਾ ਕਿ ਬੰਦਾ ਉਸ ਗੁਰੂ ਦਾ ਦਾਸ ਹੈ। ਮੋਹੇ ਪਾਤਸ਼ਾਹੀ ਦੀਨੀ ਜਾਸ। ਜਿਸ ਨੇ ਮੈਨੂੰ ਪਾਤਸ਼ਾਹੀ ਦਿੱਤੀ ਆ, ਉਸ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਾਸ ਹੈ ਬੰਦਾ। ਕਰਾਮਾਤ ਮੈਂ ਹੈ ਅਤੀ ਭਾਰੇ। ਕਰਾਮਾਤਾਂ ਦੇ ਵਿੱਚ ਵੀ ਬੜਾ ਭਾਰੀ ਬਲੀ ਹੈ। ਕਿਆ ਜਾਣੇ ਵੈ ਕਿਆ ਕਰ ਡਾਰੇ। ਕਿਆ ਜਾਣੀਏ ਉਹ ਕੀ ਕਰ ਦੇਵੇ ਜੇ
ਕਿਤੇ ਮੈਂ ਗਿਆ, ਹਕ ਤਾਲਾ ਜੋ ਮੁਵੱਕਲ ਕਲਾਵੇ। ਕਿਤੇ ਉਹ ਮੁਵੱਕਲ ਨਾ ਭੇਜ ਦੇਵੇ, ਆਪਣੇ ਵੀਰ ਨਾ ਭੇਜ ਦੇਵੇ। ਪਾਸ ਪਿਕੰਬਰ ਤੇ ਜੋ ਆਵੇ, ਜਿਹੜੇ ਪੈਗੰਬਰ ਜੀ ਦੇ ਪਾਸ ਆਉਂਦੇ ਨੇ ਉਹਨਾਂ ਫਕੀਰਾਂ ਨੂੰ ਨਾ ਭੇਜ ਦੇਵੇ, ਫਰਿਸ਼ਤਿਆਂ ਨੂੰ ਨਾ ਭੇਜ ਦੇਵੇ। ਸੋ ਇਨ ਪੇ ਆਵਤ ਕਏ। ਮੈਂ ਸੁਣਿਆ ਵੀ ਜਿਹੜੇ ਫਰਿਸ਼ਤੇ ਸਾਡੇ ਪੈਗੰਬਰਾਂ ਕੋਲ ਆਉਂਦੇ ਨੇ ਉਹੀ ਇਹਦੇ ਕੋਲ ਆਉਂਦੇ ਆ, ਤੇ ਫਿਰ ਪੈਗੰਬਰਾਂ ਨੇ ਵੀ ਮੇਰੀ ਮਦਦ ਨਹੀਂ ਕਰਨੀ ਜੇ ਇਹਨੇ ਭੇਜ ਦਿੱਤੇ। ਮਤ ਮੋਕੋ ਵੈ ਮਾਰ ਗਵੇ, ਕਿਤੇ ਮੈਨੂੰ ਮਾਰ ਕੇ ਗਵਾ ਹੀ ਨਾ ਦੇਣ। ਦੋਹਰਾ ਸੋ ਬੰਦੇ ਕੇ ਖੋਫ ਤੇ ਮੁੜ ਵੜਿਓ ਆਗਰੇ ਜਾਏ। ਪਹਿਲਾਂ ਆਗਰਿਓਂ ਨਿਕਲਿਆ ਵੀ ਇਹ ਮੁੜ ਕੇ ਫਿਰ ਆਗਰੇ ਚ ਵੜ ਗਿਆ, ਕਹਿੰਦਾ ਹਾਲੇ ਨਹੀਂ ਜਾਣਾ, ਹਾਲੇ ਹਮਲਾ ਨਹੀਂ ਕਰਨਾ। ਮਨ ਹੀ ਮੈਂ ਚਿੰਤਾ ਕਰੇ ਭੇਦ ਨਾ ਕਿਸੇ ਬਤਾਏ। ਮਨ 'ਚ ਚਿੰਤਾ ਪਰ ਦੱਸਦਾ ਨਹੀਂ, ਬਾਹਰੋਂ ਮੂੰਹੋਂ ਬੋਲ ਕੇ ਵੀ ਕਿਉਂ ਨਹੀਂ ਜਾਂਦਾ, ਮਨ 'ਚ ਇਹਦੇ ਫਿਕਰ ਚੱਲਦਾ। ਤੋ ਸ਼ਾਹ ਮਨੀ ਵਿਚਾਰਿਆ ਹਮ ਭੇਜੇ ਬੰਦੇ ਪੈ ਲਿਖ। ਇਹਨੇ ਵਿਚਾਰ ਕੀਤੀ ਕਿ ਪਹਿਲਾਂ ਬੰਦੇ ਬਹਾਦਰ ਦੇ ਨਾਲ ਚਿੱਠੀ ਪੱਤਰ ਲਿਖ ਕੇ ਵਾਰਤਾ ਕਰੀਏ। ਹਮ ਤੋਏ ਮਿਲਨੇ ਆਏ ਹੈ ਹਮ ਤੁਮ ਇੱਕ ਗੁਰ ਸਿੱਖ। ਇਹਨੇ ਚਿੱਠੀ ਲਿਖੀ, ਕਹਿੰਦਾ ਬਾਬਾ ਜੀ ਮੈਂ ਪੰਜਾਬ ਆਉਣਾ ਤੁਹਾਨੂੰ ਮਿਲਣ। ਜਿਹੜੇ ਗੁਰੂ ਦਾ ਸਿੱਖ ਤੂੰ ਹੈ ਉਸੇ ਗੁਰੂ ਦਾ ਸਿੱਖ ਮੈਂ ਆ, ਉਸੇ ਗੁਰੂ ਨੇ ਮੈਨੂੰ ਪਾਤਸ਼ਾਹੀ ਦਿੱਤੀ ਹੈ। ਚੋਪਈ ਯੋਂ ਲਿਖ ਸ਼ਾਏ ਸਿੱਖ ਕਲਾਇਆ। ਏਦਾਂ ਲਿਖ ਕੇ ਇੱਕ ਸਿੱਖ ਨੂੰ ਸੱਦਿਆ ਬਹਾਦਰ ਸ਼ਾਹ ਨੇ, ਸਿੱਖ ਦੇ ਹੱਥ ਚਿੱਠੀ ਭੇਜੀ। ਭਲਾ ਕੀਆ ਤੈਂ ਵਜ਼ੀਰਾ ਕਾਇਆ। ਚਿੱਠੀ 'ਚ ਵੀ ਲਿਖਿਆ ਤੈਂ ਚੰਗਾ ਕੀਤਾ ਵਜੀਦੇ ਨੂੰ ਮਾਰਿਆ, ਚੰਗਾ ਕੀਤਾ ਵਜ਼ੀਰ ਖਾਨ ਨੂੰ ਮਾਰਿਆ। ਔਰ ਪਹਾੜੀਏ ਜੋ ਤੈਂ ਔਰ ਮਾਰੇ। ਜਿਹੜੇ ਪਹਾੜੀਏ ਮਾਰੇ ਹਨ ਕਹਿਲੂਰ ਵਿੱਚ, ਉਤੇ ਦੁਸ਼ਟ ਵੈ ਸਤਗੁਰ ਭਾਰੇ। ਬੜੇ ਦੁਸ਼ਟ ਸੀ, ਗੁਰੂ ਸਾਹਿਬ ਨੂੰ ਦੁੱਖ ਦਿੰਦੇ ਸਨ। ਚਾਹਤ ਤੋ ਮੈਂ ਇਨ ਕੋ ਮਾਰੂ। ਮੈਂ ਵੀ ਚਾਹੁੰਦਾ ਸੀ ਇਹਨਾਂ ਨੂੰ ਮਾਰਨਾ। ਭਲਾ ਕੀਆ ਤੈਂ ਆਪ ਸੰਭਾਰੇ। ਚੰਗਾ ਕੀਤਾ ਮੇਰੇ ਮਾਰਨ ਤੋਂ ਪਹਿਲਾਂ ਤੂੰ ਮਾਰ ਦਿੱਤਾ ਉਹਨਾਂ ਨੂੰ। ਹਮ ਤੋ ਦਾਸ ਗੁਰੂ ਕੇ ਆਈ। ਅਸੀਂ ਤਾਂ ਗੁਰੂ ਜੀ ਦੇ ਦਾਸ ਹਾਂ। ਉਨਕੀ ਕਿਰਪਾ ਤੇ ਹਮ ਪਾਤਸ਼ਾਹੀ। ਉਹਨਾਂ ਦੀ ਕਿਰਪਾ ਦੇ ਨਾਲ ਸਾਡੇ ਕੋਲ ਪਾਤਸ਼ਾਹੀ ਹੈ। ਦੋਹਰਾ ਤੁਰਬਤ ਅਮਰੇ ਬਡਨ ਕੀ ਆਏ ਲਾਹੌਰ ਕੇ ਮਾਈ। ਕਹਿੰਦਾ ਬਾਬਾ ਜੀ ਗੱਲ ਏਦਾਂ ਵੀ ਮੇਰੇ ਵਡੇਰਿਆਂ ਦੀਆਂ ਸਮਾਧੀਆਂ ਨੇ, ਕਬਰਾਂ ਨੇ ਲਾਹੌਰ ਸ਼ਹਿਰ 'ਚ, ਇਸ ਕਰਕੇ ਮੈਂ ਲਾਹੌਰ ਜਾਣਾ ਚਾਹੁੰਦਾ ਆਪਣੇ ਵਡੇਰਿਆਂ ਦੀਆਂ ਸਮਾਧੀਆਂ ਤੇ। ਤਿਨ ਕੀ ਜ਼ਾਰਤ ਕਰਨ ਕੋ ਹਮ ਅਬ ਉਹਾਂ ਆਏ। ਮੈਂ ਉਹਨਾਂ ਦੀ ਜ਼ਿਆਰਤ ਕਰਨ ਵਾਸਤੇ ਉੱਥੇ ਆਉਣਾ ਚਾਹੁੰਦਾ ਹਾਂ। ਚੋਪਈ ਕਹੋ ਤੋ ਤੁਮ ਪੈ ਪਹਿਲੇ ਆਵੇਂ। ਜੇ ਤੂੰ ਆਖੇ ਤੇ ਲਾਹੌਰ ਜਾਣ ਤੋਂ ਪਹਿਲਾਂ ਮੈਂ ਤੇਰੇ ਕੋਲ ਆ ਜਾਨਾ। ਕਹੋ ਤੋ ਹਟ ਤੁਮ ਦਰਸ਼ਨ ਪਾਵੇਂ। ਤੇ ਜੇ ਤੂੰ ਇਜਾਜ਼ਤ ਦੇਵੇਂ ਵੀ ਮੈਂ ਲਾਹੌਰ ਜਾਵਾਂ, ਵਾਪਸੀ ਮੁੜਦਾ ਫਿਰ ਤੈਨੂੰ ਮਿਲ ਜਾਵਾਂਗਾ। ਸਰਹੰਦਰਾ ਹਮ ਜਾਇਆ ਲੋਰੇ। ਤੇ ਮੈਂ ਸਰਹੰਦ ਦੇ ਰਸਤਿਓਂ ਲੰਘਣਾ ਤੇ ਉੱਥੇ ਤੇਰਾ ਸਿੰਘ ਬੈਠਾ, ਬਾਜ ਸਿੰਘ ਬਾਜ ਵਾਂਗੂ। ਇਸ ਕਰਕੇ ਮੈਨੂੰ ਰਸਤਾ ਉਹੀ ਚਾਹੀਦਾ ਲੰਘਣ ਵਾਸਤੇ, ਰਸਤਾ ਹੈ ਵੀ ਉਹੀ ਜਿਸ ਰਸਤਿਓਂ ਮੈਂ ਜਾ ਸਕਦਾ ਲਾਹੌਰ। ਦੇਹੋ ਰਾਹ ਤੁਮ ਲਾਕ ਲਾਹੌਰੇ। ਤੇ ਲਾਹੌਰ ਤਾਂ ਹੀ ਮੈਨੂੰ ਰਸਤਾ ਦੇ ਦੇ। ਮੁਲਕ ਪੰਜਾਬ ਹਮ ਆਦਾ ਦਿਓ। ਪੰਜਾਬ ਦਾ ਮੁਲਕ ਜਿਹੜਾ ਅੱਧਾ ਉਹ ਸਾਨੂੰ ਦੇ ਦਿਓ। ਪਰਬਤ ਸਭ ਆਪ ਰੱਖ ਲਿਓ। ਜਿਹੜਾ ਪਹਾੜ ਦਾ ਇਲਾਕਾ ਉਹ ਤੁਸੀਂ ਸਾਂਭ ਲਓ, ਪਹਾੜਾਂ ਵਿੱਚ ਤੁਸੀਂ ਰਾਜ ਕਰੋ। ਹਮਕੋ ਸੱਦੋ ਤੋ ਮਿਲਨੇ ਆਵੇ। ਜੇ ਸੱਦੋਗੇ ਤੇ ਮੈਂ ਮਿਲਣ ਆਵਾਂਗਾ, ਨਹੀਂ ਤੋ ਲਾਂਬੇ ਲਾਂਬੇ ਜਾਵੇ। ਨਹੀਂ ਤਾਂ ਲਾਂਬੇ ਲਾਂਬੇ ਹੋ ਕੇ ਲੰਘ ਜਾਵਾਂਗਾ, ਬਹਿ ਬਹਿ ਕੇ ਜਿਵੇਂ ਕਹਿੰਦੇ ਆ, ਨਹੀਂ ਤਾਂ ਬਹਿ ਬਹਿ ਕੇ ਲੰਘ ਜਾਵਾਂਗਾ। ਹਮਕੋ ਰਾਹ ਲਾਹੌਰੇ ਦੇ। ਮੈਨੂੰ ਤਾਂ ਲਾਹੌਰ ਦਾ ਰਸਤਾ ਚਾਹੀਦਾ ਜਾਣ ਲਈ। ਸਰਹੰਦ ਮੱਧ ਕਰ ਰਾਹ ਪਹੁੰਚੇ। ਬਸ ਸਰਹੰਦ ਦਾ ਰਸਤਾ ਵਿੱਚ ਆਉਂਦਾ ਹੈ। ਯੋਂ ਕਹਿ ਸ਼ਾ ਦਿਓ ਸਿੱਖ ਕੱਲ। ਏਦਾਂ ਚਿੱਠੀ ਲਿਖ ਕੇ ਸਿੱਖ ਦੇ ਹੱਥ ਭੇਜੀ। ਹੱਥ ਜੋੜ ਸਿੰਘ ਜਾ ਕਈ ਗੱਲ। ਹੱਥ ਜੋੜ ਕੇ ਸਿੰਘ ਗਿਆ ਤੇ ਚਿੱਠੀ ਬਹਾਦਰ ਸ਼ਾਹ ਦੀ ਬਾਬਾ ਬੰਦਾ ਸਿੰਘ ਜੀ ਨੂੰ ਦਿੱਤੀ। ਆਗੇ ਬੰਦੇ ਤੋਂ ਜਾਣੀ ਜਾ। ਬਾਬਾ ਜੀ ਪਹਿਲਾਂ ਹੀ ਜਾਣਦੇ ਸੀ ਇਹਦੀ ਮਨਸਾ ਬਹਾਦਰ ਸ਼ਾਹ ਦੀ। ਸਭੇ ਬਾਤ ਉਨ ਲਈ ਪਛਾਣ। ਸਾਰੀ ਗੱਲ ਪਛਾਣ ਲਈ, ਸਿਆਣ ਲਈ। ਬਹਾਦਰ ਮਿਲਨੋਂ ਪੱਜ ਬਣਾਵੇ। ਬਹਾਦਰ ਸ਼ਾਹ ਬਸ ਮਿਲਣ ਦਾ ਪੱਜ ਹੀ ਕਰਦਾ, ਪਖੰਡੀ ਕਰਦਾ ਵੀ ਮੈਂ ਮਿਲਣਾ। ਹਮ ਤੇ ਡਰ ਦੋ ਲਾਹੌਰ ਨਾ ਆਵੇ। ਅਸਲ ਵਿੱਚ ਤਾਂ ਡਰਦਾ ਲਾਹੌਰ ਨਹੀਂ ਜਾਣਾ ਚਾਹੁੰਦਾ,
ਡਰਦਾ ਹੋਇਆ ਲਾਹੌਰ ਨਹੀਂ ਜਾਂਦਾ। दोहरा बंदे मिल तब यूं ठठी अब या को दइए जान। ਬਾਬਾ ਜੀ ਨੇ ਸੋਚਿਆ ਵੀ ਚਲੋ ਹੁਣ ਇਹਨੂੰ ਰਾਹ ਦੇ ਦਈਏ, ਜਾਣ ਦਈਏ ਵੀ ਇਹ ਲੰਘ ਜਾਵੇ। फिर सो इसको मार है जो होए है पिछेमान। ਇਹ ਜਦੋਂ ਬੇਈਮਾਨ ਹੋਇਆ ਫਿਰ ਇਹਨੂੰ ਮਾਰਾਂਗੇ ਤੇ ਫਿਰ ਇਹ ਪਛਤਾਵੇਗਾ। ਇੱਕ ਵਾਰੀ ਇਹਨੂੰ ਰਸਤਾ ਦੇ ਦਿੰਨੇ ਆ ਲੰਘਣ ਦਾ। ਇਹ ਲਾਹੌਰ ਜਾ ਰਿਹਾ ਬਹਾਦਰ ਸ਼ਾਹ, ਪਰ ਇਹਦੀ ਅਖੀਰਲੀ ਫੇਰੀ ਸੀ। ਬਹਾਦਰ ਸ਼ਾਹ ਲਾਹੌਰ ਜਾ ਕੇ ਮਰ ਗਿਆ। ਜਿਵੇਂ ਇਹਦੀ ਜਗ੍ਹਾ ਤੇ ਇਹਦਾ ਪੋਤਰਾ ਫਰਖਸ਼ੀਰ ਕੁਝ ਕੁ ਸਮੇਂ ਲਈ, ਤਕਰੀਬਨ 8-10 ਮਹੀਨਿਆਂ ਲਈ ਇਹਦਾ ਇੱਕ ਪੁੱਤਰ ਸੀ, ਉਹ ਬੈਠਾ ਜਹਾਂਦਰ ਖਾਂ ਉਹਦਾ ਨਾਂ ਸੀ। ਬਾਅਦ ਵਿੱਚ ਉਹ ਵੀ, ਕਿਉਂਕਿ ਇਹਦੇ ਪੁੱਤਰਾਂ ਵਿੱਚ ਜਿਵੇਂ ਇਹਦੇ ਪਿਓ ਦਾਦਿਆਂ 'ਚ ਲੜਾਈਆਂ ਹੁੰਦੀਆਂ ਰਹੀਆਂ, ਉਹ ਫਿਰਤ ਸੀ। ਔਰੰਗਾ ਜਿਵੇਂ ਭਰਾਵਾਂ ਨੂੰ ਮਾਰ ਕੇ ਬੈਠਾ, ਫਿਰ ਇਹ ਭਰਾਵਾਂ ਨੂੰ ਮਾਰ ਕੇ ਬੈਠਾ। ਅੱਗੇ ਇਹਦੇ ਪੁੱਤਰ ਵੀ ਆਪਸ ਵਿੱਚ ਲੜ ਕੇ ਮਰ ਗਏ। ਫਿਰ ਪੋਤਰਾ ਜਿਹੜਾ ਸੀ ਫਰਖਸ਼ੀਰ, ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਜੀ ਦੇ ਦਰ ਘਰ ਦੀ ਪਵਿੱਤਰ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म अविनाशी अगनास हे पूरन हे सर्वमय बन गुणता सिंगी हे निरार हे निर्गुण सब टेक हे गोबिंद हे गुण निधान के सदा विवेक हे अपरंपर हर हरे पियो अणहार हे संत कै सदा संग धारा आधार हे ठाकुर हों दासरो निर्गुण गुण नहीं कोई नानक दीजै नाम दान राखो ही है परोए प्रभ शरणागति कृपा निध दयाल एक अखर हर मन बस्त नानक ओत नियाल वाहिगुरु नाम जहाज है चढ़े सो तेरे पार जो शरदा कर सेवंदे गुर पारे उतार निहार वाहिगुरु नाम जहाज है चढ़े सो तेरे पार जो शरदा कर सेवंदे गुर पारे उतार निहार। वाहिगुरु जी का खालसा वाहिगुरु जी की फतेह।